गुर की जिसनू मत आवे सो सतगुर माहे समाना। एह बाणी जो जियों जाने तिस अंतर रवे हर नामा। बाणी गुरु गुरु है बाणी विच बाणी अमृत सारे। गुर बाणी कहे सेवक जन मानै। और तख गुरु निस्तारै। बाणी बिरलो विचार सी जे को गुरुमुख होए। एह बाणी महापुरख की निज घर वासा होए। श्री गुरु साहिब सब ऊपर करी कृपा। सतजुग जिन ध्रुव पर श्री प्रहलाद भगत उदरियं। हस्त कमल माथे पर तरियं। अलख रूप जी लखिया ना जाई। साधक सिद्ध सगल शरणाई। गुर के बचन सत जी तारो। मानस जन्म देह निस्तारो। गुर जहाज खेवट गुरु। गुर बिन तरया ना कोई। गुर प्रसाद प्रभ पाइय। गुर बिन मुक्त न होए। गुर नानक निकट बसै बनवारी। तिन लहना था जो
जग तारी लहण पंथ धर्म का किया अमरदास पल्ले का दिया तिन श्री रामदास सोडी थिर थपियो हर का नाम अखै निद अपियो अपियो हर नाम अखै निद चौह जुग गुर सेवा कर फल लहियं बंदै जो चरण शरण सुख पावें परमानंद गुरमुख कहियं प्रतख दे पार ब्रह्म स्वामी आद रूप पोखण परणं सतगुर गुर सेव अलख गत जाकी श्री रामदास तारण तरणं प्रतख देह पार ब्रह्म स्वामी आद रूप पोखण परणं सतगुर गुर सेव अलख गत जाकी श्री रामदास तारण तरणं। वाहिगुरु जी का खालसा वाहिगुरु जी की फतेह। पट्टां दे सवैये इस बाणी की लड़ीवार विचार जो आप सरवण कर रहे हाँ सत्कारयोग सिंह साहिब प्रोफैसर मनजीत सिंह जी साबका जथेदार श्री अकाल तख्त साहिब सानू सरवण करवा रहे हैं। अगले समय वास्ते उन्हां पासों गुरबाणी विचार सरवण करिए जी। वाहिगुरु जी का खालसा वाहिगुरु जी की फतेह। एक ओंकार सतनाम करता पुरख निर्भौ निर्वैर अकाल मूरत अजूनी सैभं गुर प्रसाद। मैं नाही कछौ नहीं किछ आहे न मोरा अवसर लज्जा राख ले सदना जन तोरा। जागत जो सतगुरु धन श्री गुरु ग्रंथ साहिब पातशाह जी की पावन हजूरी धन श्री गुरु हरकृष्ण साहिब महाराज के पावन दरबार विखे हाजरियां भर रहे समूह गुरमुख प्यारे सत्संगी जनों कलगीधर पातशाह हजूर जी की बख्शिश की हुई गुरपति सांझी करिए जी। वाहिगुरु जी का खालसा वाहिगुरु जी की फतेह।
ਗੁਰੂ ਦਰ ਤੋਂ ਵਰੋਸਾਏ ਹੋਏ ਗੁਰੂ ਪਾਤਸ਼ਾਹ ਜੀ ਦੀ ਤੁਰਕੀ ਬਾਣੀ ਨੂੰ ਆਪਣੇ ਹਿਰਦਿਆਂ ਸੁਰਤੀਆਂ ਵਿੱਚ ਦ੍ਰਿੜ ਕਰਨ ਤੋਂ ਬਾਅਦ ਗੁਰਸ਼ਬਦ ਦੀ ਕਾਲ ਕਮਾਈ ਨਾਲ ਗੁਰੂ ਜੋਤ ਨਾਲ ਪ੍ਰਕਾਸ਼ੇ ਗਏ ਆਦਰਯੋਗ ਭੱਟਾਂ ਦੇ ਸਵਈਆਂ ਦੀ ਵਿਚਾਰ ਪਿਛਲੇ ਦਿਨਾਂ ਤੋਂ ਆਪ ਜੀ ਸ਼ਰਵਣ ਕਰਦੇ ਆ ਰਹੇ ਹੋ। ਅੱਜ ਜੋ ਸਵਈਆਂ ਦਾ ਆਰੰਭ ਹੋਣਾ ਹੈ ਇਹ ਗੁਰੂ ਸਵਾਰੇ ਭੱਟ ਗਯੰਦ ਜੀ ਦੇ ਮੁਖਾਰ ਬਿੰਦ ਰਾਹੀਂ ਉਚਾਰਨ ਹੋਏ ਨੇ। ਆਮ ਤੌਰ ਤੇ ਸਵਈਆ ਕਾਵਿ ਰੂਪ ਚਾਰ ਤੁਕਾਂ ਵਾਲਾ ਇਹ ਕਾਵਿ ਰੂਪ ਹੁੰਦਾ ਹੈ, ਪਰ ਇਹ ਸਵਈਆ ਜੋ ਆਪ ਜੀ ਨੇ ਗੁਰੂ ਸਵਾਰੇ ਸਤਿਕਾਰਯੋਗ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਹੋਰਾਂ ਦੇ ਪਾਸੋਂ ਸ਼ਰਵਣ ਕੀਤਾ, ਇਹ ਲਗਭਗ 18 ਤੁਕਾਂ ਦਾ ਸਵਈਆ। ਇਸ ਸਵਈਏ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਕੁਝ ਬੇਨਤੀਆਂ ਮੈਂ ਫਿਰ ਆਪ ਜੀ ਦੇ ਚਰਨਾਂ ਦੇ ਵਿੱਚ ਆਪ ਜੀ ਦੀ ਸੇਵਾ ਵਿੱਚ ਕਰਨੀਆਂ ਜ਼ਰੂਰੀ ਸਮਝਦਾ। ਇਹਨਾਂ ਭੱਟਾਂ ਦੇ ਸਵਈਆਂ ਦੀ ਲੜੀਵਾਰ ਵਿਚਾਰ ਜਦੋਂ ਆਪਾਂ ਨੇ ਗੁਰੂ ਬਖਸ਼ਿਸ਼ ਨਾਲ ਆਰੰਭ ਕੀਤੀ ਸੀ ਤੇ ਮੈਂ ਉਦੋਂ ਵੀ ਬੇਨਤੀ ਕੀਤੀ ਸੀ ਕਿ ਇਹ ਭੱਟਾਂ ਦੇ ਸਵਈਏ ਇੱਕੋ ਹੀ ਪ੍ਰਕਰਨ ਨੂੰ ਲੈ ਕੇ ਸਾਨੂੰ ਗੁਰਬਾਣੀ ਰੂਪ ਦੇ ਵਿੱਚ ਬਖਸ਼ਿਸ਼ ਹੋਏ ਨੇ ਤੇ ਉਹ ਪ੍ਰਸੰਗ, ਉਹ ਵਿਸ਼ਾ, ਉਹ ਪ੍ਰਕਰਨ ਇਹ ਹੈ ਕਿ ਵਾਹਿਗੁਰੂ ਜੀ ਦੇ ਨਾਲ, ਵਾਹਿਗੁਰੂ ਜੀ ਦੀ ਰੱਬੀ ਜੋਤ ਨਾਲ ਲਿਵਲੀਨ ਹੋਏ ਗੁਰੂਦੇਵ ਸਤਿਗੁਰ ਪੂਰੇ, ਉਹਨਾਂ ਦੀ ਅੱਗੋਂ ਵਾਹਿਗੁਰੂ ਜੀ ਨੇ ਇਹ ਸੇਵਾ ਲਾਈ ਪਰ ਉਪਕਾਰੀ ਦੇ ਤੌਰ ਤੇ ਇੱਥੇ ਭੇਜ ਕੇ ਸੰਸਾਰ ਵਿੱਚ ਕਿ ਅਸੀਂ ਮਨੁੱਖ ਕਹਾਉਣ ਵਾਲੇ ਵਿਕਾਰੀ ਬਿਰਤੀਆਂ ਦੇ ਅਧੀਨ ਆਪਣੀਆਂ ਲਾਪਰਵਾਹੀਆਂ ਦੇ ਅਧੀਨ ਆਪਣੇ ਬੇਧਿਆਨੇ ਜੀਵਨ ਜਿਉਣ ਦੇ ਢੰਗ ਕਰਕੇ ਵਾਹਿਗੁਰੂ ਨਾਲੋਂ ਜਿਹੜੇ ਵਿਛੜੇ ਹੋਏ ਆ ਔਰ ਸਾਡੇ ਜੀਵਨ ਦਾ ਆਨੰਦ ਸੁੱਖ ਜਿਸ ਦੀ ਸਾਨੂੰ ਸਾਰਿਆਂ ਨੂੰ ਇੱਛਾ ਹੈ, ਲੋੜ ਹੈ, ਉਹ ਸਾਡੇ ਜੀਵਨ ਵਿੱਚੋਂ ਗਵਾਚਿਆ ਹੋਇਆ, ਉਹ ਮੁੜ ਕੇ ਜਿਸ ਜੁਗਤ ਨਾਲ ਪ੍ਰਾਪਤ ਹੋ ਸਕਦਾ ਹੈ ਉਹ ਜੁਗਤ ਗੁਰੂ ਕੋਲੋਂ ਮਿਲਦੀ ਹੈ। ਉਹ ਢੰਗ ਗੁਰੂ ਦੱਸਦੇ ਨੇ, ਉਹ ਢੰਗ ਦੱਸਣ ਵਾਸਤੇ, ਉਹ ਜੁਗਤ ਦੱਸਣ ਵਾਸਤੇ ਵਾਹਿਗੁਰੂ ਜੀ ਨੇ ਸਾਡੇ ਤੇ ਕਿਰਪਾ ਕਰਕੇ, ਮਿਹਰ ਦ੍ਰਿਸ਼ਟੀ ਕਰਕੇ ਸਤਿਗੁਰੂ ਜੀ ਨੂੰ ਇੱਥੇ ਸਾਡੇ ਭੇਜਿਆ। ਜਿਨ੍ਹਾਂ ਨੇ ਵੀ ਸਤਿਗੁਰੂ ਦੀ ਸ਼ਰਨ ਤੱਕ ਕੇ ਸਤਿਗੁਰੂ ਜੀ ਦੇ ਦਰਬਾਰ ਵਿੱਚ ਆ ਕੇ ਅੰਦਰ ਦੇ ਪਿਆਰ ਨਾਲ, ਅੰਦਰ ਦੀ ਸ਼ਰਧਾ ਨਾਲ, ਅੰਦਰ ਦੇ ਦ੍ਰਿੜ ਭਰੋਸੇ ਨਾਲ ਇਸ ਬਾਣੀ ਨੂੰ ਪੜ੍ਹਿਆ, ਸੁਣਿਆ, ਗਾਵਿਆ, ਵਿਚਾਰਿਆ ਤੇ ਫਿਰ ਇਸ ਦੀ ਸੁੱਚੇ ਹਿਰਦੇ ਦੇ ਨਾਲ ਕਮਾਈ ਕੀਤੀ, ਉਹਨਾਂ ਦੇ ਜੀਵਨ ਵਿੱਚ ਸੱਚਮੁੱਚ ਹੀ ਬਖਸ਼ਿਸ਼ਾਂ ਦਾ ਦਰ ਖੁੱਲਿਆ ਤੇ ਉਹ ਵਾਹਿਗੁਰੂ ਜੀ ਦੀ ਕਿਰਪਾ ਦੇ ਪਾਤਰ ਬਣ ਕੇ ਵਾਹਿਗੁਰੂ ਜੀ ਨਾਲ ਲਿਵਲੀਨ ਹੋਏ। ਹੁਣ ਉਹਨਾਂ ਨੇ ਇਸ ਬਖਸ਼ਿਸ਼ ਨੂੰ ਗੁਰਪ੍ਰਸਾਦ ਜਾਣਦਿਆਂ, ਗੁਰੂ ਦੀ ਕਿਰਪਾ ਜਾਣਦਿਆਂ, ਗੁਰੂ ਦੇ ਪਰ ਉਪਕਾਰਾਂ ਦਾ ਅਹਿਸਾਸ ਕਰਕੇ ਗੁਰੂ ਦੀ ਮਹਿਮਾ ਆਪ ਦ੍ਰਿੜ ਕੀਤੀ, ਆਪਣੇ ਜ਼ਿਹਨ ਵਿੱਚ ਉਸ ਗੁਰੂ ਪ੍ਰਸਾਦ ਦਾ ਅਹਿਸਾਸ ਕੀਤਾ ਤੇ ਫਿਰ ਆਪਣੇ ਵਰਗੇ ਹੋਰ ਸਾਡੇ ਮਨੁੱਖੀ ਸਮਾਜ ਵਿੱਚ ਵਿਚਰਨ ਵਾਲੇ ਮਨੁੱਖ ਕਹਾਉਣ ਵਾਲਿਆਂ ਤੇ ਉਪਕਾਰ ਕੀਤਾ ਕਿ ਭਾਈ ਸਾਡਾ ਅਨੁਭਵ ਇਹ ਹੈ ਕਿ ਜਿਸ ਨੇ ਵੀ ਵਾਹਿਗੁਰੂ ਜੀ ਦੀ ਬਖਸ਼ਿਸ਼ ਹਾਸਲ ਕਰਨੀ ਹੈ ਉਹ ਵਾਹਿਗੁਰੂ ਜੀ ਦਾ ਗੁਣਗਾਨ ਕਰੇ, ਵਾਹਿਗੁਰੂ ਜੀ ਦੀ ਸਿਫਤ ਸਲਾਹ ਨਾਲ ਜੁੜੇ,
ਉਹ ਗੁਣੀ ਨਿਧਾਨ ਦੇ ਗੁਣਾਂ ਦਾ ਚਿੰਤਨ ਕਰਦਿਆਂ ਕਰਦਿਆਂ ਆਪਣੇ ਜੀਵਨ ਨੂੰ ਵੀ ਉਹਨਾਂ ਗੁਣਾਂ ਦਾ ਧਾਰਨੀ ਬਣਾਵੇ। ਇਸ ਤਰੀਕੇ ਨਾਲ ਹੀ ਜੀਵਨ ਨੂੰ ਆਨੰਦਮਈ ਅਵਸਥਾ ਵਿੱਚ ਲਿਜਾਇਆ ਜਾ ਸਕਦਾ ਹੈ। ਤੇ ਇਹ ਜੁਗਤ ਨਾਮ ਸਿਮਰਨ ਦੀ, ਗੁਣਗਾਨ ਦੀ ਭਾਈ ਸਾਨੂੰ ਮਿਲੀ ਹੈ ਵਾਹਿਗੁਰੂ ਦੇ ਦਰ ਤੋਂ ਨਿਵਾਜੇ ਹੋਏ ਗੁਰੂ ਦੇ ਰਾਹੀਂ, ਪੂਰਨ ਸਤਿਗੁਰੂ ਦੇ ਰਾਹੀਂ। ਤੁਸੀਂ ਵੀ ਜੁੜੋ। ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਗੁਰੂ ਇੰਨੇ ਮਹਾਨ ਨੇ, ਗੁਰੂ ਇੰਨੇ ਬਖਸ਼ਿੰਦ ਨੇ, ਗੁਰੂ ਇਸ ਤਰ੍ਹਾਂ ਦੀ ਗਿਆਨ ਦੀ ਦਾਤ ਵੰਡਣ ਵਾਲੇ ਨੇ। ਜੁੜ ਕੇ ਦੇਖੋ, ਤੁਸੀਂ ਵੀ ਅਗਿਆਨ ਤੋਂ ਗਿਆਨ ਦੀ ਅਵਸਥਾ ਵਿੱਚ ਚਲੇ ਜਾਓਗੇ। ਹੁਣ ਜਦੋਂ ਭੱਟ ਜੀ ਇਹ ਗੁਰਬਾਣੀ ਦੇ ਵਿੱਚ ਵੀ ਗੁਰੂ ਸਾਹਿਬਾਨ ਨੇ ਵੀ ਗੱਲ ਸਮਝਾਈ। ਰੋਜ਼ ਆਸਾ ਕੀ ਵਾਰ ਦਾ ਕੀਰਤਨ ਆਪਾਂ ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਪਾਸੋਂ ਸ਼ਰਵਣ ਕਰਦੇ ਹਾਂ। ਉੱਥੇ ਆਰੰਭ ਦੇ ਵਿੱਚ ਹੀ ਇਹ ਸ਼ਲੋਕ ਸਾਨੂੰ ਪੜਨ ਸੁਣਨ ਨੂੰ ਮਿਲਦੇ ਨੇ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਇਸ ਤਰ੍ਹਾਂ ਦੇ ਇਸ ਭਾਵ ਦੇ ਬੇਅੰਤ ਸ਼ਬਦ ਗੁਰਬਾਣੀ ਦੇ ਵਿੱਚ ਗੁਰੂ ਸਾਹਿਬਾਨ ਨੇ ਖੁਦ ਗੁਰੂ ਮਹਿਮਾ ਵਿੱਚ ਬਖਸ਼ਿਸ਼ ਕੀਤੇ। ਇਹੀ ਗੱਲ ਭੱਟ ਸਵਈਆਂ ਨੇ, ਭੱਟ ਸਾਹਿਬਾਨ ਨੇ ਇਹਨਾਂ ਸਵਈਆਂ ਦੇ ਵਿੱਚ ਸਾਨੂੰ ਸਮਝਾਇਆ। ਜਿਵੇਂ ਮੈਂ ਪਿਛਲੇ ਦਿਨਾਂ 'ਚ ਬੇਨਤੀ ਕਰਦਾ ਆ ਰਿਹਾ ਕਿ ਭੱਟ ਸਾਹਿਬਾਨ ਦੇ ਇਹ ਸਵਈਏ ਗੁਰੂ ਸਾਹਿਬਾਨ ਵੱਲੋਂ ਬਖਸ਼ਿਸ਼ ਹੋਈ ਤੁਰਕੀ ਬਾਣੀ ਦੀ ਹੀ ਵਿਆਖਿਆ ਹੈ। ਉਹੋ ਹੀ ਪ੍ਰਕਰਣ ਹੈ, ਇਹਦੇ ਵਿੱਚ ਕੁਝ ਵੀ ਵੱਖਰਾ ਨਹੀਂ, ਕਹਿਣ ਢੰਗ ਵੱਖਰਾ ਹੋ ਸਕਦਾ ਹੈ। ਦੂਸਰੀ ਬੇਨਤੀ ਮੈਂ ਆਪ ਜੀ ਦੀ ਸੇਵਾ ਵਿੱਚ ਇਹ ਕਰਨੀ ਕਿ ਇਹ ਗੁਰੂ ਮਹਿਮਾ ਦਾ ਪ੍ਰਸੰਗ ਸਾਡੇ ਸਨਮੁਖ ਬਿਆਨ ਕਰਦਿਆਂ ਭੱਟ ਸਾਹਿਬਾਨ ਨੇ ਬਹੁਤ ਸਾਰੇ ਪੌਰਾਣਿਕ ਗ੍ਰੰਥਾਂ ਦੇ ਮਨੁੱਖੀ ਸਮਾਜ ਵਿੱਚ ਉਸ ਵੇਲੇ ਪ੍ਰਚਲਿਤ ਇਤਿਹਾਸਕ ਕਥਾਵਾਂ ਦੇ ਹਵਾਲੇ ਲਏ ਨੇ। ਤੇ ਇਹ ਕੇਵਲ ਭੱਟ ਸਾਹਿਬਾਨ ਨੇ ਨਹੀਂ ਲਏ, ਗੁਰੂ ਸਾਹਿਬਾਨ ਦੀ ਬਾਣੀ ਵਿੱਚ ਵੀ ਪੌਰਾਣਿਕ ਗ੍ਰੰਥਾਂ ਦੇ ਉਸ ਵੇਲੇ ਦੇ ਮਨੁੱਖੀ ਸਮਾਜ ਵਿੱਚ ਪ੍ਰਚਲਿਤ ਇਹ ਕਥਾ ਕਹਾਣੀਆਂ ਦੇ ਹਵਾਲੇ ਲਏ ਨੇ। ਪਰ ਜਦੋਂ ਇਹ ਕਥਾ ਕਹਾਣੀਆਂ ਗੁਰੂ ਸਾਹਿਬਾਨ ਨੇ ਸਾਨੂੰ ਵਾਹਿਗੁਰੂ ਜੀ ਦੀ ਭਜਨ ਬੰਦਗੀ ਨਾਲ ਜੋੜਨ ਵਾਸਤੇ, ਗੁਣਗਾਨ ਦੀ ਮਹਿਮਾ ਬਿਆਨ ਕਰਨ ਵਾਸਤੇ ਇਹ ਹਵਾਲੇ ਲਏ ਨੇ, ਤਾਂ ਗੁਰੂ ਸਾਹਿਬਾਨ ਦਾ ਇਹ ਕੋਈ ਮਕਸਦ ਨਹੀਂ ਕਿ ਇਹ ਕਥਾ ਕਹਾਣੀਆਂ ਦਾ ਜਿਹੜਾ ਮੈਂ ਤੁਹਾਨੂੰ ਉਦਾਹਰਣ ਦੇ ਰਿਹਾ, ਜਿਹੜੀ ਮੈਂ ਤੁਹਾਨੂੰ ਮਿਸਾਲ ਦੇ ਰਿਹਾ, ਇਹ ਕਹਾਣੀਆਂ ਸੱਚੀਆਂ ਨੇ ਜਾਂ ਝੂਠੀਆਂ ਨੇ, ਇਹ ਕਹਾਣੀਆਂ ਵਾਪਰੀਆਂ ਨੇ ਜਾਂ ਨਹੀਂ ਵਾਪਰੀਆਂ, ਉਹ ਭਾਵੇਂ ਦੇਵੀ ਦੇਵਤਿਆਂ ਦੀਆਂ ਨੇ ਤੇ ਭਾਵੇਂ ਮੁਨੀ ਜਨਾਂ ਦੀਆਂ, ਰਿਸ਼ੀਆਂ ਇਤਿਆਦ ਦੀਆਂ। ਜਦੋਂ ਵੀ ਕੋਈ ਮਹਾਪੁਰਸ਼, ਜਦੋਂ ਵੀ ਕੋਈ ਵਿਦਵਾਨ ਸੱਜਣ ਵਿਚਾਰਵਾਨ ਸਾਨੂੰ ਜ਼ਿੰਦਗੀ ਦੀ ਗੁੱਝੀ ਰਮਜ਼, ਜ਼ਿੰਦਗੀ ਦੇ ਰੂਹਾਨੀ ਮੰਡਲਾਂ ਦੇ ਭੇਦ ਸਮਝਾਉਂਦੇ ਨੇ, ਤਾਂ ਉਹਨਾਂ ਨੂੰ ਸਾਡੀ ਬੁੱਧੀ ਦੇ ਪੱਧਰ ਤੇ ਆ ਕੇ ਇਸ ਸਥੂਲ ਦਿਸਦੇ ਪਸਾਰੇ ਦੇ ਵਿੱਚ ਸਾਡੇ ਮਨੁੱਖੀ ਸਮਾਜ ਵਿੱਚ ਪ੍ਰਚਲਿਤ ਕਥਾ ਕਹਾਣੀਆਂ ਦਾ ਸਹਾਰਾ ਲੈਣਾ ਪੈਂਦਾ। ਗੁਰੂ ਸਾਹਿਬਾਨ ਨੇ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੀ ਤੇ ਬਾਕੀ ਗੁਰੂ ਸਾਹਿਬਾਨ ਦੀ ਬਾਣੀ ਵਿੱਚ ਵੀ ਬੜੇ ਹਵਾਲੇ ਇਸ ਤਰ੍ਹਾਂ ਦੇ ਮਿਲਦੇ ਨੇ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜਾਸੇ। ਅੱਜ ਭਗਤ ਪ੍ਰਹਿਲਾਦ ਜੀ ਦਾ ਉਦਾਹਰਣ ਹਵਾਲਾ ਭੱਟ ਗਯੰਦ ਜੀ ਨੇ ਵੀ ਲਿਆ, ਪਰ ਇਹ ਕੇਵਲ ਭੱਟ ਸਾਹਿਬਾਨ ਨੇ ਹੀ ਨਹੀਂ, ਗੁਰੂ ਸਾਹਿਬਾਨ ਦੀ ਬਾਣੀ ਵਿੱਚੋਂ ਵੀ ਇਹ ਹਵਾਲੇ ਨੇ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਦਾ ਕਾਨੜਾ ਰਾਗ ਵਿੱਚ ਇੱਕ ਬਚਨ ਮੈਂ ਆਪ ਜੀ ਨਾਲ ਸਾਂਝਾ ਕਰਾਂ। ਸਾਹਿਬ ਫਰਮਾਨ ਕਰਦੇ, ਸਤਿਗੁਰ ਮਹਾਪੁਰਖ ਹੈ ਪਾਰਸ। ਧੰਨ ਗੁਰੂ ਰਾਮਦਾਸ ਸਾਹਿਬ, ਸਤਿਗੁਰ ਮਹਾਪੁਰਖ ਹੈ ਪਾਰਸ, ਜੋ ਲਾਗੈ
सो फल पावै गो। गुर उपदेश तरियो प्रहलाद। गुर सेवक पैज रखावे। धन गुरु रामदास साहब कहते गुर उपदेश दे राही भगत प्रहलाद भी तरे। ते जेड़े भी गुरु दे सेवक बन के इस तरीके नाल गुरु उपदेश नाल जुड़नगे उन्हां दी पैज रखी। गुरु उन्हां दी लाज रखणगे ते उन्हां नूं इस संसार विच रुलदियां खुलदियां नूं भटकदियां नूं वाहिगुरु जी नाल जोड़ देंगे। वाहिगुरु की कृपा दा पात्र बना देंगे। इदां दे बहुत सारे हवाले देवी देवतियां दे गुरु साहिबान ने वरते ने। उन्हां पौराणिक कथावां की चर्चा करते हैं। हमेशा इस गल नूं असीं सारे सिख कहाउण वालियां ने ध्यान विच रखना है कि ये हवालियां दे सच होण जां ना होण दा गुरु साहब ने कोई साडे नाल वर्णन नहीं कीता कि जो मैं कहानियां तुहानूं बयान कर रहा पौराणिक कथावां ये सच्चियां ने जां झूठियां ने। जिन्हां ने वो लिखियां होणगियां उन्हां ऋषियां मुनियां नूं पता होएगा कि वो देवी देवतियां दीयां कहानियां बयान करन लगियां उन्हां दा की मकसद, किस मकसद नाल उन्हां ने वो कहानियां लिखियां। देवी देवतियां दी पूजा दीयां भी कहानियां लिखियां ने ते देवी देवतियां दे उत्ते उन्हां ने कई ऊंताइयां वाले कई खामियां वाले प्रसंग भी बयान किए। सहंसरदान दे इंद्र रोया गुरु नानक पातशाह जी का बचन परसराम रोवे कर। वो ऊंताइयां वालियां कहानियां भी बयान कीतियां ने। जिन्हां ने बयान कीतियां उन्हां दा मकसद की ओ गुरु जाने ओ जानन। पर जदों सच्चे पातशाह हजूर गुरु साहिबान जां भट्ट साहिबान वो हवाले वरत रहे ने कथा कहानियां दे तां उन्हां दा इक्को मकसद है कि इन्हां कहानियां नूं उदाहरण बना के किसी जिंदगी दे अटल सच नूं साडे सामने स्पष्ट कीता जाए। सदीवी सच्चाइयां जिहड़ियां ने उन्हां नूं साडे सामने उन्हां दे भेद उन्हां दीयां रमज़ां खोलियां जाण। साडे जीवन मकसद नूं पूरियां करने वास्ते साडे सामने स्पष्ट करने वास्ते वो कथा कहानियां दा हवाला लिया गया। और कई बारी गुरु साहिबान की बाणी विचों खुद गुरु साहिबान ने ये कहानियां घड़ियां ने। मैं लफ्ज वरत रहा घड़ियां, क्षमा कर देना मैनू। महापुरुषां दा गल समझाउण दा सानू अनजान अल्पग जीवां नूं एक विस्माती ढंग हुंदा है। मिसाल के तौर पर मैं आप जी की सेवा विच बेनती करा, समा सीमित हुंदा है, आपां ने बाणी की विचार भी करनी है, पर यह गल्लां स्पष्ट होनियां चाहिए क्योंकि बहुत बारी ये प्रश्न उठते ने, फोन आ जाते हैं कि जी ये पौराणिक हवाले जिहड़े ने ये देवी देवतियां दीयां गल्लां जिहड़ियां ने। खैर मैं उस पासे ना जावां, कई बारी बड़ी वाद विवाद वाले पासे चली जाती है गल। बड़े अजीबो गरीब प्रश्न सिख कहाउण वालियां वल्लों भी पूछे जाते, हो फिर तर्क बुद्धि दे राही वाद विवाद बन जाते हैं। मैं आप जी नूं गुरु नानक पातशाह के जीवन की जो सानू सिक्ख्या दी उहदे चों एक मिसाल पातशाह जी तालाब की मिसाल दिंदे हैं। हुण कहानी एक घटना बयान करते, घटना रूप दे विच कहानी रूप च बयान करते कि मैं लंघ रहा सी, तालाब नूं देखिया, हरा भरा सी, उस कमल फुल खिड़े हुए सी, बड़ी उन्हां च खुशबू सी, रस सी, भंवरे आके बैठते सी। कुछ दिनों बाद मैं फिर देखिया ते वो कमल फुल खत्म हो गए, सड़े हुए सी, कोई खुशबू नहीं, कोई रस नहीं, कोई भंवरे नहीं, क्योंकि वो तालाब सुक गया। तालाब दे विचों सड़ियान आ रही थी ते मैं तालाब नूं पुछया कि भलिया तेरे नाल ये की भाना वरत गया, तू तां ताजे पानी नाल ते कमल फुल्लां नाल खुशबूआं नाल भरिया होया सी, मुसाफिर तेरे कोल आउंदे सी, ये तेरे अंदर खिड़े हुए फुल्लां दा आनंद लैंदे सी, भंवरे आउंदे सी, वो रस लैंदे सी, तैनूं की हो गया? ते तालाब अगों जवाब दिंदा है कि जिस पानी दे सोमे नाल मेरा संबंध सी वो संबंध मेरा टुट गया। ताज़ा पानी आ रहा सी ते जा रहा सी
ਹੁਣ ਉਹਦੇ ਨਾਲੋਂ ਸੰਬੰਧ ਟੁੱਟ ਗਿਆ, ਪਾਣੀ ਖੜ ਗਿਆ ਤੇ ਸੜ ਗਿਆ। ਇਹ ਤਾਲਾਬ ਅੱਗੋਂ ਜਵਾਬ ਦਿੰਦਾ ਹੈ। ਹੁਣ ਤਰਕਸ਼ੀਲ ਬੁੱਧੀ ਦੇ ਵਿੱਚੋਂ, ਵਿਤੰਡਾਵਾਦੀ ਬੁੱਧੀ ਵਿੱਚੋਂ ਇਹ ਪ੍ਰਸ਼ਨ ਤੇ ਉੱਠ ਸਕਦਾ ਨਾ ਜੀ ਕਿ ਗੁਰੂ ਨਾਨਕ ਸਾਹਿਬ ਤੁਸੀਂ ਤਾਲਾਬ ਨਾਲ ਗੱਲਾਂ ਕਰਦੇ ਹੋ ਤੇ ਤਾਲਾਬ ਤੁਹਾਨੂੰ ਜਵਾਬ ਦੇ ਰਿਹਾ ਹੈ। ਤਾਲਾਬ ਵੀ ਕਦੀ ਬੋਲਦਾ ਹੁੰਦਾ ਹੈ, ਤਾਲਾਬ ਵੀ ਕਦੀ ਗੱਲਾਂ ਕਰਦਾ ਹੁੰਦਾ ਹੈ। ਤੇ ਠੀਕ ਹੈ, ਤਾਲਾਬ ਤੇ ਕਦੀ ਨਹੀਂ ਬੋਲ ਸਕਦਾ, ਪਰ ਗੁਰੂ ਨਾਨਕ ਸਾਹਿਬ ਨੇ ਸੰਵਾਦ ਰਚਾਇਆ ਜਿਹੜਾ ਤਾਲਾਬ ਦੇ ਨਾਲ, ਉਹ ਇੱਕ ਮਿਸਾਲ ਬਣਾਈ ਹੈ, ਹਵਾਲਾ ਬਣਾਇਆ ਹੈ ਸਾਨੂੰ ਕੋਈ ਗੁੱਝੀ ਰਮਜ਼ ਸਮਝਾਉਣ ਵਾਸਤੇ ਕਿ ਵਾਹਿਗੁਰੂ ਨਾਲੋਂ ਟੁੱਟੋਗੇ ਗੁਣਾਂ ਦੀ ਖੁਸ਼ਬੂ ਹੀ ਮੁੱਕੇਗੀ, ਗੁਣਾਂ ਦੀ ਸੁਗੰਧ ਮੁੱਕੇਗੀ। ਉਸ ਵਾਹਿਗੁਰੂ ਦੇ ਸੋਮੇ ਨਾਲ ਜੁੜੇ ਰਹੋਗੇ, ਗੁਣੀ ਨਿਧਾਨ ਨਾਲ ਜੁੜੇ ਰਹੋਗੇ, ਗੁਣਾਂ ਦੀ ਖੁਸ਼ਬੂ ਆਉਂਦੀ ਰਹੇਗੀ। ਇਹ ਗੱਲ ਸਮਝਾਉਣ ਵਾਸਤੇ ਗੁਰੂ ਸਾਹਿਬ ਨੇ ਤਾਲਾਬ ਦਾ ਇੱਕ ਹਵਾਲਾ ਆਪ ਬਣਾਇਆ, ਉਹਦੇ ਨਾਲ ਸੰਵਾਦ ਰਚਾਇਆ। ਬਾਬਾ ਫਰੀਦ ਜੀ ਦਾ ਬਚਨ ਹੈ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਤੇ ਉਹ ਅੱਗੋਂ ਜਵਾਬ ਦਿੰਦੀ ਹੈ, ਆਪਣੇ ਪ੍ਰੀਤਮ ਕਿਹਾ ਹੂੰ ਬਿਰਹੋਂ ਜਾਲੀ। ਹੁਣ ਤਰਕਸ਼ੀਲ ਕਹੇਗਾ ਕਿ ਬਾਬਾ ਜੀ ਕੋਇਲ ਵੀ ਕਦੀ ਬੰਦਿਆਂ ਵਾਂਗ ਬੋਲਦੀ ਹੁੰਦੀ ਹੈ, ਤੁਸੀਂ ਕਹਿੰਦੇ ਹੋ ਕੋਇਲ ਨੇ ਮੈਨੂੰ ਅੱਗੋਂ ਗੱਲ ਆਖੀ ਕਿ ਆਪਣੇ ਪ੍ਰੀਤਮ ਕਹੇ ਹੂੰ ਬਿਰਹੋਂ ਜਾਲੀ, ਕੋਇਲ ਤੇ ਇਦਾਂ ਬੰਦਿਆਂ ਵਾਂਗ ਨਹੀਂ ਬੋਲ ਸਕਦਾ। ਪਰ ਬਾਬਾ ਫਰੀਦ ਜੀ ਜਿਸ ਵਿਸਮਾਦੀ ਅਵਸਥਾ ਵਿੱਚ ਸਾਨੂੰ ਲਿਜਾਣਾ ਚਾਹੁੰਦੇ ਨੇ, ਉਹ ਉਸ ਹਵਾਲੇ ਦੇ ਨਾਲ ਉਸ ਸੱਚ ਦਾ ਗੁੱਝਾ ਭੇਦ ਸਾਨੂੰ ਸਮਝਾਉਣਾ ਚਾਹੁੰਦੇ। ਸਮੁੱਚੀ ਬਾਣੀ ਦੇ ਵਿੱਚ ਇਸ ਤਰ੍ਹਾਂ ਦੇ ਅਣਗਿਣਤ ਹਵਾਲੇ, ਗੁਰੂ ਸਾਹਿਬਾਨ ਦਾ, ਭੱਟ ਸਾਹਿਬਾਨ ਦਾ ਕੋਈ ਮਕਸਦ ਨਹੀਂ ਹੈ ਇਸ ਚਰਚਾ ਵਿੱਚ ਪੈਣ ਦਾ ਕਿ ਇਹ ਹਵਾਲੇ ਸੱਚੇ ਨੇ ਜਾਂ ਝੂਠੇ ਨੇ, ਇਹ ਮਿਥਿਆਸਕ ਨੇ ਜਾਂ ਇਤਿਹਾਸਕ ਨੇ। ਸਿਰਫ ਸਾਡੇ ਸਾਹਮਣੇ ਇੱਕ ਮਹਾਨ ਮਕਸਦ ਸਾਡੇ ਜੀਵਨ ਦਾ, ਵਾਹਿਗੁਰੂ ਜੀ ਦੀ ਕਿਰਪਾ ਦਾ ਪਾਤਰ ਬਣਾਉਣ ਦਾ, ਉਹਨੂੰ ਧਿਆਨ 'ਚ ਰੱਖਿਆ ਗਿਆ ਹੈ। ਉਸ ਨੂੰ ਸਾਡੇ ਅੰਦਰ ਦ੍ਰਿੜ ਕਰਾਉਣ ਵਾਸਤੇ ਇਹ ਬਾਣੀ ਦੀ ਹਵਾਲਿਆਂ ਦੇ ਨਾਲ ਬਖਸ਼ਿਸ਼ ਕੀਤੀ ਗਈ ਹੈ। ਹਮੇਸ਼ਾ ਇਸ ਗੱਲ ਨੂੰ ਧਿਆਨ 'ਚ ਰੱਖਣਾ, ਕਦੀ ਵੀ ਹਵਾਲਿਆਂ ਨੂੰ ਵਰਤੇ ਗਏ ਇਤਿਹਾਸਕ ਮਿਥਿਆਸਕ ਹਵਾਲਿਆਂ ਨੂੰ ਸੱਚ ਝੂਠ ਦੇ ਵਿਤੰਡਾਵਾਦੀ ਵਾਦ ਵਿਵਾਦ ਵਿੱਚ ਪੈ ਕੇ ਆਪਣਾ ਸਮਾਂ, ਆਪਣੀ ਸ਼ਕਤੀ ਇਹਨੂੰ ਕਦੀ ਵੀ ਵਿਅਰਥ ਨਾ ਕਰੀਏ। ਹੁਣ ਮਨ ਬਿਰਤੀਆਂ ਇਕਾਗਰ ਕਰਕੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਇਸ ਬਾਣੀ, ਭੱਟ ਸਾਹਿਬਾਨ ਦੀ ਇਸ ਬਾਣੀ ਨੂੰ ਆਪਣੀਆਂ ਸੁਰਤੀਆਂ ਬਿਰਤੀਆਂ ਵਿੱਚ ਟਿਕਾਉਣ ਦਾ ਯਤਨ ਕਰੀਏ। ਜਿਸ ਗੁਰੂ ਮਹਿਮਾ ਦਾ ਸਾਨੂੰ ਬੋਧ ਕਰਾ ਕੇ ਗੁਰੂ ਬਖਸ਼ਿਸ਼ ਦਾ ਪਾਤਰ ਬਣਾਉਣ ਦੀ ਭੱਟ ਸਾਹਿਬਾਨ ਨੇ ਇਹ ਪਰਉਪਕਾਰੀ ਕਲਾ ਵਰਤਾਈ ਹੈ, ਉਹਨੂੰ ਆਪਣੇ ਧਿਆਨ 'ਚ ਰੱਖੀਏ। ਇੱਕ ਚਾਉ ਪੈਦਾ ਹੋਵੇ ਸਾਡੇ ਅੰਦਰ ਕਿ ਅਸੀਂ ਭੱਟ ਸਾਹਿਬਾਨ ਵਾਂਗ, ਭੱਟ ਸਾਹਿਬਾਨ ਦੀ ਇਹ ਹੱਡ ਬੀਤੀ ਜਿਹੜੀ ਹੈ, ਉਹਨਾਂ ਨਾਲ ਵਾਪਰਿਆ ਗੁਰ ਪ੍ਰਸਾਦ ਦਾ ਇਹ ਕੌਤਕ, ਵਾਹਿਗੁਰੂ ਮਿਲਾਪ ਦਾ ਇਹ ਕੌਤਕ, ਉਹਨਾਂ ਦੇ ਉੱਤੇ ਜੇ ਬਖਸ਼ਿਸ਼ ਹੋ ਸਕਦੀ ਹੈ, ਭੱਟ ਸਾਹਿਬਾਨ ਕਹਿੰਦੇ ਤੁਹਾਡੇ ਤੇ ਵੀ ਇਹ ਹੋ ਸਕਦੀ ਹੈ। ਇਸੇ ਕਰਕੇ ਅਸੀਂ ਤੁਹਾਨੂੰ ਆਪਣਾ ਅਨੁਭਵ ਦੱਸ ਰਹੇ ਹਾਂ ਕਿ ਤੁਸੀਂ ਇਹਨੂੰ ਪੜ੍ਹੋ, ਸੁਣੋ, ਗਾਓ, ਵਿਚਾਰੋ, ਸਮਝੋ ਇਸ ਨੂੰ, ਤੇ ਆਪਣੇ ਅੰਦਰ ਚਾਓ ਪੈਦਾ ਕਰੋ। ਆਪਣੀ ਸੁਰਤੀ ਬਿਰਤੀ ਦੇ ਅੰਦਰ ਇਹ ਪਿਆਸ ਜਗਾਓ ਕਿ ਤੁਸੀਂ ਵੀ ਸਾਡੇ ਵਾਂਗ ਗੁਰੂ ਦਰਬਾਰ ਤੇ ਆ ਕੇ ਆਪਣੇ ਭਟਕਦੇ ਚੰਚਲ ਮਨ ਨੂੰ, ਵਿਕਾਰੀ ਬਿਰਤੀਆਂ ਦੇ ਪ੍ਰਭਾਵ ਥੱਲੇ ਵਿੱਚ ਰਹੇ ਮਨ ਨੂੰ, ਆਪਣੀਆਂ ਸੁਰਤੀਆਂ ਨੂੰ, ਆਪਣੀ ਮੱਤ ਨੂੰ ਗੁਰੂ ਦੀ ਮੱਤ ਨਾਲ ਜੋੜ ਕੇ ਗੁਰੂ ਪ੍ਰਸਾਦ ਦੇ ਪਾਤਰ। ਤੇ ਗੁਰੂ ਮਹਿਮਾ ਵੀ ਬਾਰ-ਬਾਰ ਜਦੋਂ ਬਿਆਨ ਕੀਤੀ ਗਈ ਹੈ, ਇਸੇ ਹੀ ਪ੍ਰਥਾਏ ਕੀਤੀ ਗਈ ਹੈ ਕਿ ਸਾਨੂੰ ਆਪਣੇ ਗੁਰੂ ਦੀ ਮਹਿਮਾ ਪੜ੍ਹਦਿਆਂ, ਸੁਣਦਿਆਂ, ਗਾਉਂਦਿਆਂ, ਵਿਚਾਰਦਿਆਂ ਗੁਰੂ ਨੂੰ ਸਰਬ ਸ਼ਕਤੀਮਾਨ ਜਾਣਿਆ ਜਾਵੇ ਤੇ ਦ੍ਰਿੜ ਭਰੋਸਾ ਗੁਰੂ ਤੇ ਕੀਤਾ ਜਾਵੇ। ਖੜ ਜਾਈਏ ਅਸੀਂ ਗੁਰੂ ਦੇ ਦਰਬਾਰ ਤੇ ਸੇਵਕ ਬਣ ਕੇ ਤੇ ਟਿਕਟਿਕੀ ਲਾ ਕੇ ਸਬਰ ਨਾਲ ਉਡੀਕੀਏ, ਬੇਨਤੀਆਂ ਕਰੀ ਜਾਈਏ। ਬੇਨਤੀਆਂ ਕਰਨ ਦੀ ਵੀ ਗੁਰੂ ਨੇ ਬਖਸ਼ਿਸ਼ ਸਾਡੇ ਤੇ ਕੀਤੀ ਹੈ ਕਿ ਐਦਾਂ ਬੇਨਤੀਆਂ ਕਰਿਆ ਕਰੋ, ਐਦਾਂ ਜੋਦੜੀਆਂ ਕਰਿਆ ਕਰੋ ਗੁਰੂ ਦਰ ਤੇ ਆ ਕੇ, ਖੁੱਲ ਜਾਏਗਾ ਬਖਸ਼ਿਸ਼ ਦਾ ਦਰ। ਅੱਜ ਨਹੀਂ ਕੱਲ, ਕਦੋਂ ਬਖਸ਼ਿਸ਼ ਦਾ ਦਰ ਖੋਲਣਾ ਇਹ ਤੇ ਸਤਿਗੁਰੂ ਨੂੰ ਪਤਾ ਹੈ। ਸਾਡੇ ਲਈ ਇੱਕੋ ਹੀ ਜੁਗਤ ਹੈ, ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੈ ਅਰਦਾਸ। ਅਸੀਂ ਅਰਦਾਸਾਂ, ਬੇਨਤੀਆਂ, ਜੋਦੜੀਆਂ ਕਰਦੇ ਰਹੀਏ
ਜਦੋਂ ਗੁਰੂ ਮਿਹਰ ਕਰਨਗੇ, ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ, ਸਾਡੀ ਇਹ ਕਾਲ ਕਮਾਈ ਗੁਰੂ ਦਰ ਤੇ ਆਉਣ ਦੀ, ਗੁਰੂ ਦਰਬਾਰ ਤੇ ਪ੍ਰਵਾਨ ਹੋ ਸਕਦੀ ਹੈ, ਬਸ਼ਰਤੇ ਕਿ ਇਹਦੇ ਵਿੱਚ ਅੰਦਰ ਦਾ ਭਰੋਸਾ, ਅੰਦਰ ਦਾ ਸੁੱਚਾਪਣ, ਅੰਦਰ ਦੀ ਦ੍ਰਿੜ ਸਮਰਪਣ ਦੀ ਅਵਸਥਾ ਇਹਦੇ ਨਾਲ ਜੁੜੀ ਹੋਵੇ। ਪਟ ਸਾਹਿਬ ਪਟ ਗਯੰਤ ਜੀ ਬਖਸ਼ਿਸ਼ ਕਰਦੇ ਉਪਦੇਸ਼, ਸ੍ਰੀ ਗੁਰੂ ਸਾਹਿਬ ਸਭ ਉਪਰ ਕਰੀ ਕਿਰਪਾ, ਸਤਿਗੁਰ ਜਿਨ ਧਰੂਪ ਸਤਜੁਗ ਜਿਨ ਧਰੂਪ ਪਰ, ਸ੍ਰੀ ਪ੍ਰਹਿਲਾਦ ਭਗਤ ਉਧਾਰੀਆਂ, ਹਸਤ ਕਮਲ ਮਾਥੇ ਪਰ ਧਰਿਆ। ਇਹ ਕਥਾ ਬਿਆਨ ਕਰਦੇ, ਕਹਿੰਦੇ ਜਿਹੜੇ ਸ੍ਰੀ ਗੁਰੂ ਨੇ ਉਹ ਮਹਾਨ ਸ੍ਰੇਸ਼ਟ ਕਰਤਾ ਪੁਰਖ ਵਾਹਿਗੁਰੂ ਜੀ ਦੇ ਨਾਲ ਲਿਵਲੀਨ ਹੋਏ, ਰੱਬੀ ਜੋਤ ਨਾਲ ਨਵਾਜੇ ਹੋਏ ਜਿਹੜੇ ਸਤਿਗੁਰੂ ਨੇ ਭਾਈ, ਉਹ ਸਾਰਿਆਂ ਦੇ ਉੱਤੇ ਕਿਰਪਾ ਕਰਨ ਵਾਲੇ ਨੇ। ਕੋਈ ਵੀ ਉਹਨਾਂ ਦੇ ਕੋਲ ਆ ਕੇ ਕਿਰਪਾ ਦਾ ਪਾਤਰ ਬਣ ਸਕਦਾ ਹੈ, ਸ਼ਰਤ ਕੇਵਲ ਇੰਨੀ ਹੈ ਕਿ ਮਨ ਬਚਨ ਕਰਮ ਕਰਕੇ ਉਹਨੂੰ ਆਪਣੀਆਂ ਦੁਨਿਆਵੀ ਸਿਆਣਪਾਂ ਅਕਲਾਂ ਗੁਰੂ ਦੇ ਹਵਾਲੇ, ਗੁਰੂ ਦੇ ਸਾਹਮਣੇ ਆਪਣੀ ਮੱਤ ਅਰਪਿਤ ਕਰਨੀ ਆ ਜਾਏ ਤੇ ਗੁਰੂ ਦੀ ਮੱਤ ਦ੍ਰਿੜ ਕਰਨੀ ਆ ਜਾਏ, ਬਖਸ਼ਿਸ਼ ਦੀ ਦਾਤ ਝੋਲੀ ਵਿੱਚ ਪੈ ਸਕਦੀ ਹੈ। ਸ੍ਰੀ ਗੁਰੂ ਸਾਹਿਬ ਸਭ ਉਪਰ, ਕਹਿੰਦੇ ਮੈਂ ਉਸ ਸਤਿਗੁਰੂ ਦੇ ਚਰਨੀ ਪੈਣ ਦੀ ਤੁਹਾਨੂੰ ਪ੍ਰੇਰਣਾ ਦੇ ਰਹੇ ਹਾਂ, ਜਿਹੜੇ ਸਤਿਗੁਰੂ ਰੱਬੀ ਜੋਤ ਨਾਲ ਪ੍ਰਕਾਸ਼ੇ ਹੋਏ। ਉਸ ਵੇਲੇ ਵੀ ਜਿਸ ਵੇਲੇ ਸਤਜੁਗੀ ਸਮਾਂ ਸੀ, ਪ੍ਰਹਿਲਾਦ ਦੇ ਗੁਰੂ ਬਣ ਕੇ, ਪ੍ਰਹਿਲਾਦ ਨੂੰ ਗੁਰ ਉਪਦੇਸ਼ ਦ੍ਰਿੜ ਕਰਵਾ ਕੇ ਉਸ ਦੇ ਉਦਾਹਰਨ ਦਾ ਜ਼ਰੀਆ ਬਣੇ। ਪ੍ਰਹਿਲਾਦ ਨੂੰ ਵੀ ਜੇ ਉਧਾਰਿਆ ਗਿਆ, ਪ੍ਰਹਿਲਾਦ ਵੀ ਜੇ ਆਪਣੇ ਜ਼ਾਲਮ ਹਰਨਾਕਸ਼ ਪਿਤਾ, ਰਿਸ਼ਤੇ ਵਿੱਚ ਪਿਤਾ ਹੈ, ਪਰ ਰਿਸ਼ਤਿਆਂ ਦੀ ਸੁਚਮਤਾ ਗਵਾਚ ਜਾਂਦੀ ਹੈ ਜਦੋਂ ਵਿਕਾਰੀ ਬਿਰਤੀਆਂ ਹਾਵੀ ਹੁੰਦੀਆਂ ਨੇ। ਹੰਕਾਰ, ਕ੍ਰੋਧ, ਲੋਭ, ਮੋਹ, ਈਰਖਾ ਜਦੋਂ ਪੈਦਾ ਹੁੰਦੀ ਹੈ, ਰਿਸ਼ਤਿਆਂ ਦੀ ਸੁਚਮਤਾ ਵੀ ਗਵਾਚ ਜਾਂਦੀ ਹੈ, ਰਿਸ਼ਤਿਆਂ ਦੀਆਂ ਕੀਮਤਾਂ ਕਦਰਾਂ ਪਿੱਛੇ ਰਹਿ ਜਾਂਦੀਆਂ ਨੇ, ਨਿਜ ਖੁਦਗਰਜ਼ੀ ਇਹ ਸਾਹਮਣੇ ਆ ਜਾਂਦੀ। ਹਰਨਾਕਸ਼ ਵੀ ਪ੍ਰਹਿਲਾਦ ਨੂੰ ਮਾਰਨ ਵਾਸਤੇ ਤਿਆਰ ਹੈ ਕਿ ਮੇਰੀ ਪੂਜਾ ਨਹੀਂ ਕਰਦਾ, ਇਸ ਕਰਕੇ ਇਹ ਨਹੀਂ ਰਹਿਣਾ ਚਾਹੀਦਾ ਭਾਵੇਂ ਮੇਰਾ ਹੀ ਪੁੱਤਰ ਹੈ। ਤੇ ਸਤਿਗੁਰੂ ਜੀ ਨੇ ਪੈਜ ਰੱਖੀ, ਉਹਨੂੰ ਗੁਰੂ ਉਪਦੇਸ਼ ਦ੍ਰਿੜ ਕਰਾਇਆ। ਇਹ ਜਿਹੜਾ ਪ੍ਰਹਿਲਾਦ ਕਹਿ ਰਹੇ ਨੇ ਨਾ ਕਿ ਮੈਂ ਤਾਂ ਕਰਤਾ ਪੁਰਖ ਵਾਹਿਗੁਰੂ ਨੂੰ ਹੀ ਸਰਬ ਸ਼ਕਤੀਮਾਨ, ਸਰਬ ਵਿਆਪਕ ਸਮਝਦਾ, ਇਹ ਪ੍ਰਹਿਲਾਦ ਜੀ ਨੂੰ ਉਪਦੇਸ਼ ਗੁਰੂ ਨੇ ਦ੍ਰਿੜ ਕਰਵਾਇਆ। ਹੁਣ ਮੈਂ ਫੇਰ ਬੇਨਤੀ ਕਰਾਂ ਕਿ ਜੇ ਅਸੀਂ ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਗੁਰੂ ਦੀ ਗੱਲ, ਸਤਿਗੁਰੂ ਦੀ ਗੱਲ ਸ਼ੁਰੂ ਕਰਨੀ ਹੈ ਤਾਂ ਫਿਰ ਇਤਿਹਾਸਕ ਤੌਰ ਤੇ ਇਹ ਗੱਲ ਸਤਿਗੁਰੂ ਜੀ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤਾਂ 500 ਸਾਲ ਪਹਿਲਾਂ ਇਸ ਸੰਸਾਰ ਦੇ ਵਿੱਚ ਪ੍ਰਗਟ ਹੋਏ, ਤੇ ਪ੍ਰਹਿਲਾਦ ਜੀ ਜਿਹੜੇ ਨੇ ਉਹ ਸਤਜੁਗ ਦੇ ਸਮੇਂ ਵਿੱਚ ਸਦੀਆਂ ਪਹਿਲਾਂ। ਇਹ ਤਾਲਮੇਲ ਨਹੀਂ ਬੈਠਦਾ ਇਤਿਹਾਸਕ ਤੌਰ ਤੇ ਸਮੇਂ ਪਰ। ਗੁਰੂ ਪਿਆਰਿਓ, ਜਿਵੇਂ ਮੈਂ ਪਹਿਲਾਂ ਵੀ ਬੇਨਤੀ ਕਰਦਾ ਆ ਰਿਹਾ, ਵਿਦਵਾਨ ਸੱਜਣਾ ਨੇ ਵੀ ਆਪ ਨੂੰ ਦੱਸਿਆ ਕਿ ਗੁਰੂ ਜੋਤ ਦੀ ਮਹਿਮਾ ਹੈ ਇਹ, ਤੇ ਗੁਰੂ ਜੋਤ ਜਿਹੜੀ ਹੈ ਉਹ ਰੱਬੀ ਜੋਤ ਦੇ ਰੂਪ ਵਿੱਚ ਹਰ ਸਮੇਂ ਹਰ ਸਥਾਨ ਤੇ ਪ੍ਰਗਟ ਹੁੰਦੀ ਆਈ ਹੈ। ਸਤਜੁਗ ਦੇ ਵਿੱਚ ਗੁਰੂ ਉਪਦੇਸ਼ ਵੀ ਇਸੇ ਤਰ੍ਹਾਂ ਚੱਲਦਾ ਆਇਆ। ਮੈਂ ਹੁਣੇ ਆਪ ਜੀ ਨੂੰ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਬਚਨ ਸ਼ਰਵਣ ਕਰਾਇਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸ੍ਰੀ ਰਾਗ ਦੇ ਵਿੱਚ ਬਚਨ ਹੈ, ਭਾਈ ਰੇ ਗੁਰ ਬਿਨ ਗਿਆਨ ਨਾ ਹੋਏ। ਬਚਨ ਸੁਣੀਏ, ਭਾਈ ਰੇ ਗੁਰ ਬਿਨ ਗਿਆਨ ਨਾ ਹੋਏ। ਧੰਨ ਗੁਰੂ ਨਾਨਕ ਸਾਹਿਬ, ਪੁੱਛੋ ਬ੍ਰਹਮੈ ਨਾਰਦੈ ਵੇਦ ਵਿਆਸੈ ਕੋਈ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, ਜੋ ਮੈਂ ਤੁਹਾਨੂੰ ਕਹਿ ਰਿਹਾ ਨਾ ਕਿ ਗੁਰੂ ਤੋਂ ਬਿਨਾ ਗਿਆਨ ਦ੍ਰਿੜ ਨਹੀਂ ਹੁੰਦਾ। ਵਾਹਿਗੁਰੂ ਜੀ ਨੂੰ ਕਿਵੇਂ ਮਿਲਣਾ, ਆਪਣੇ ਜੀਵਨ ਦਾਤੇ ਕਰਤਾ ਪੁਰਖ ਵਾਹਿਗੁਰੂ ਜੀ ਦੇ ਨਾਲ ਰੂਹਾਨੀ ਮੇਲ ਮਿਲਾਪ ਕਿਵੇਂ ਬਣਾਉਣਾ, ਵਾਹਿਗੁਰੂ ਜੀ ਦੀ ਬਖਸ਼ਿਸ਼ ਦਾ ਪਾਤਰ ਕਿਵੇਂ ਬਣਨਾ, ਇਹ ਆਪਣੇ ਆਪ ਸਮਝ ਨਹੀਂ ਆਉਣੀ। ਵਾਹਿਗੁਰੂ ਜੀ ਦੀ ਸੇਵਾ ਭਗਤੀ ਦਾ, ਨਾਮ ਸਿਮਰਨ ਦਾ ਇਹ ਫਲ ਐਵੇਂ ਨਹੀਂ ਪ੍ਰਾਪਤ ਹੁੰਦਾ।
ਇਹ ਗੁਰ ਪ੍ਰਸਾਦ ਨਾਲ ਪ੍ਰਾਪਤ ਹੁੰਦਾ ਹੈ। ਗੁਰੂ ਉਪਦੇਸ਼ ਨੂੰ ਦ੍ਰਿੜ ਕਰਕੇ ਹੀ ਇਹ ਗਿਆਨ ਮਿਲਦਾ ਹੈ। ਗੁਰੂ ਨਾਨਕ ਸਾਹਿਬ ਬਚਨ ਕਰਦੇ, ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੈ ਨਾਰਦੈ, ਵੇਦ ਵਿਆਸਾ ਕੋਏ। ਕਹਿੰਦੇ ਉਹਨਾਂ ਨੂੰ ਵੀ ਪੁੱਛ ਕੇ ਦੇਖੋ, ਬ੍ਰਹਮਾ ਨਾਰਦ ਨੂੰ, ਇਤਿਹਾਸ ਦੇਵੀ ਦੇਵਤੇ ਮੁਨੀਆਂ ਨੂੰ, ਰਿਸ਼ੀਆਂ ਨੂੰ, ਵੇਦ ਵਿਆਸਾ ਕੋਏ, ਵੇਦ ਰਚਣ ਵਾਲੇ ਵਿਆਸ ਨੂੰ ਵੀ ਪੁੱਛ ਕੇ ਦੇਖ ਲਓ। ਹੁਣ ਇਹ ਕਹਾਣੀਆਂ ਪ੍ਰਚਲਿਤ ਸੀ ਉਸ ਵੇਲੇ, ਇਹ ਖਿਆਲ ਪ੍ਰਚਲਿਤ ਸੀ। ਗੁਰੂ ਨਾਨਕ ਸਾਹਿਬ ਕਹਿੰਦੇ ਉਹਨਾਂ ਨੂੰ ਪੁੱਛ ਕੇ ਦੇਖ ਲਓ, ਉਹ ਵੀ ਇਹੀ ਗੱਲ ਕਹਿਣਗੇ ਕਿ ਗੁਰ ਉਪਦੇਸ਼ ਨਾਲ ਜੁੜਨ ਤੋਂ ਬਿਨਾਂ ਵਾਹਿਗੁਰੂ ਜੀ ਦੇ ਨਾਲ ਮਿਲਣ ਦਾ ਗਿਆਨ ਬੋਧ ਹਾਸਲ ਨਹੀਂ ਹੋ ਸਕਦਾ। ਇਹ ਆਦਿ ਜੁਗਾਦੀ ਸੱਚ ਹੈ। ਇਸੇ ਤਰੀਕੇ ਨਾਲ ਹੀ ਇਹ ਨਿਯਮ, ਇਹ ਮਰਿਆਦਾ ਕਿ ਜਿਹੜਾ ਵੀ ਵਾਹਿਗੁਰੂ ਦੇ ਨਾਲ ਲਿਵਲੀਨ ਹੋਇਆ, ਵਾਹਿਗੁਰੂ ਦੀ ਭਜਨ ਬੰਦਗੀ ਦੇ ਆਹਰ ਵਿੱਚ ਜੁੜਿਆ, ਉਹ ਗੁਰੂ ਉਪਦੇਸ਼ ਦੀ ਅਗਵਾਈ ਵਿੱਚ ਹੀ ਸੰਭਵ ਹੋ ਸਕਿਆ। ਇਹ ਨਿਯਮ ਹੈ, ਇਹ ਮਰਿਆਦਾ ਹੈ, ਇਹ ਜੀਵਨ ਦੀ ਜੁਗਤ ਹੈ ਵਾਹਿਗੁਰੂ ਜੀ ਦਾ ਰੂਪ ਵਾਹਿਗੁਰੂ ਜੀ ਵਰਗਾ ਬਣਨ ਦੀ। ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਦਾ, ਵਾਹਿਗੁਰੂ ਗੁਰੂ ਅਮਰਦਾਸ ਸਾਹਿਬ ਦਾ ਵੀ ਬਚਨ, ਭਾਈ ਰੇ ਗੁਰ ਬਿਨ ਭਗਤ ਨਾ ਹੋਏ, ਬਿਨ ਗੁਰ ਭਗਤ ਨਾ ਪਾਈਐ, ਜੇ ਲੋਚੈ ਸਭ ਕੋਏ। ਕਿਸੇ ਵੇਲੇ ਵੀ ਧਰਤੀ ਦੇ ਕਿਸੇ ਵੀ ਟੁਕੜੇ ਤੇ, ਬ੍ਰਹਿਮੰਡ ਵਿੱਚ ਜਿੱਥੇ ਵੀ ਲੋਕ ਨੇ, ਧਰਤੀਆਂ ਨੇ, ਉੱਥੇ ਵੀ ਜਿਹੜੇ ਵਸਦੇ ਨੇ, ਸਾਰਿਆਂ ਦੇ ਲਈ ਨਿਯਮ ਇੱਕੋ ਹੀ ਹੈ। ਜਿਹੜਾ ਵੀ ਵਾਹਿਗੁਰੂ ਜੀ ਨੂੰ ਮਿਲਣ ਦੀ ਇੱਛਾ ਰੱਖਦਾ ਹੈ, ਉਸ ਨੂੰ ਗੁਰੂ ਦੇ ਨਾਲ ਜੁੜਨਾ ਪਏਗਾ। ਪਹਿਲਾਂ ਗੁਰ ਪ੍ਰਸਾਦ ਦਾ ਪਾਤਰ ਬਣਨਾ ਪਏਗਾ। ਪਹਿਲਾਂ ਗੁਰੂ ਦੇ ਉਪਦੇਸ਼ ਨੂੰ ਮਨ ਬਚਨ ਕਰਮ ਕਰਕੇ ਅੰਦਰ ਦੇ ਪਿਆਰ ਭਰੋਸੇ ਨਾਲ ਕਮਾਉਣ ਦੀ ਜਾਚ ਸਿੱਖਣੀ ਪਏਗੀ। ਭਾਈ ਰੇ ਗੁਰ ਬਿਨ ਭਗਤ ਨਾ ਹੋਏ। ਹੁਣ ਇਹ ਗੱਲ ਆਦਿ ਜੁਗਾਦ ਤੋਂ ਪਾਤਸ਼ਾਹ ਕਹਿੰਦੇ ਚਲੀ ਆ ਰਹੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ 52 ਅੱਖਰੀ ਵਿੱਚ ਬਚਨ, ਗੁਰਦੇਵ ਆਦਿ ਜੁਗਾਦ ਜੁਗ ਜੁਗ, ਗੁਰਦੇਵ ਮੰਤ ਹਰ ਜਪ ਉਦਰਾ। ਗੁਰਦੇਵ ਆਦਿ ਜੁਗਾਦ ਜੁਗ ਜੁਗ, ਗੁਰਦੇਵ ਮੰਤ ਜਪ ਹਰ ਜਪ ਉਦਰਾ। ਕਹਿੰਦੇ ਇਹ ਆਦਿ ਜੁਗਾਦੀ ਜੁਗਾਂ ਜੁਗਾਂਤਰਾਂ ਤੋਂ ਨਿਯਮ ਹੈ ਕਿ ਗੁਰੂਦੇਵ ਇਸ ਸੰਸਾਰ ਦੇ ਵਿੱਚ ਕਿਸੇ ਵੀ ਸਮੇਂ ਤੇ ਜਿਹੜੇ ਵੀ ਮਨੁੱਖ ਨੇ ਜੁੜਨਾ ਚਾਹਿਆ, ਗੁਰਦੇਵ ਮੰਤ ਹਰ ਜਪ ਉਦਰਾ। ਗੁਰੂਦੇਵ ਦੇ ਕੋਲੋਂ ਗੁਰ ਮੰਤਰ ਲੈ ਕੇ, ਗੁਰੂ ਉਪਦੇਸ਼ ਲੈ ਕੇ ਹੀ ਵਾਹਿਗੁਰੂ ਦੀ ਭਗਤੀ ਦੇ ਵਿੱਚ ਲੱਗਿਆ, ਨਾਮ ਮੰਤਰ ਮਿਲਿਆ, ਸਿਮਰਨ ਮਿਲਿਆ, ਤੇ ਫਿਰ ਉਹਦਾ ਉਧਾਰ ਹੋਇਆ। ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰਦੇਵ ਨਾਨਕ ਹਰ ਨਮਸਕਾਰਾ। ਇਸ ਕਰਕੇ ਮਹਾਰਾਜ ਗੁਰੂ ਅਰਜਨ ਦੇਵ ਕਹਿੰਦੇ ਨਮਸਕਾਰ ਕਰਿਆ ਕਰੋ ਗੁਰੂ ਨੂੰ। ਇਹ ਵਾਹਿਗੁਰੂ ਜੀ ਦਾ ਰੂਪ ਨੇ ਤੇ ਇਹ ਹਮੇਸ਼ਾ ਹੀ ਇਸ ਤਰ੍ਹਾਂ ਕੌਤਕ ਵਰਤਦਾ ਆਇਆ, ਭਾਵੇਂ ਉਹ ਸਤਜੁਗੀ ਸਮਾਂ ਸੀ, ਭਾਵੇਂ ਉਹ ਦੁਆਪਰ ਦਾ ਸੀ, ਭਾਵੇਂ ਉਹ ਤ੍ਰੇਤੇ ਦਾ ਸੀ, ਤੇ ਭਾਵੇਂ ਅੱਜ ਕਲਯੁਗ ਦਾ ਸਮਾਂ ਆਖਿਆ ਜਾਂਦਾ ਹੈ। ਕੋਈ ਦੇਵੀ ਦੇਵਤਾ, ਕੋਈ ਮੁਨੀ ਜਨ, ਕੋਈ ਰਿਸ਼ੀ, ਕੋਈ ਵਿਦਵਾਨ ਤੇ ਕੋਈ ਸਧਾਰਨ ਮਨੁੱਖ ਇਸ ਨਿਯਮ ਤੋਂ ਬਾਹਰ ਹੋ ਕੇ ਵਾਹਿਗੁਰੂ ਜੀ ਦੇ ਨਾਲ ਲਿਵਲੀਨ ਨਹੀਂ ਹੋ ਸਕਦਾ, ਵਾਹਿਗੁਰੂ ਜੀ ਦੀ ਭਜਨ ਬੰਦਗੀ ਦੇ ਸਮਰੱਥ ਨਹੀਂ ਹੋ ਸਕਦਾ। ਇਹ ਨਿਯਮ ਸਮੁੱਚੀ ਗੁਰਬਾਣੀ ਦੇ ਵਿੱਚ ਸਤਿਗੁਰੂ ਸਾਹਿਬਾਨ ਨੇ ਬਖਸ਼ਿਸ਼ ਕੀਤਾ ਤੇ ਇਹੀ ਪੱਠ ਸਾਹਿਬਾਨ। ਹੁਣ ਪੌਰਾਣਿਕ ਹਵਾਲੇ ਆਉਣਗੇ, ਅੱਗੇ ਵੀ ਆਉਣਗੇ, ਕਦੀ ਰਾਮਚੰਦਰ ਜੀ ਦੇ ਹਵਾਲੇ, ਕਦੀ ਕ੍ਰਿਸ਼ਨ ਦੇ ਹਵਾਲੇ, ਕਦੀ ਇੰਦਰ ਦੇਵਤੇ ਦੇ, ਬ੍ਰਹਮਾ ਦੇ ਹਵਾਲੇ, ਇਹ ਸਾਰੇ ਆਉਣ। ਪਰ ਇਹਨਾਂ ਹਵਾਲਿਆਂ ਦੇ ਇੱਥੇ ਬਿਆਨ ਕਰਨ ਦਾ ਮਕਸਦ ਗੁਰੂ ਉਪਦੇਸ਼ ਨਾਲ, ਗੁਰੂ ਦੀ ਸੰਗਤ ਨਾਲ, ਗੁਰੂ ਦੀ ਮਹਿਮਾ ਨੂੰ ਬਿਆਨ ਕਰਦਿਆਂ ਸਾਡੇ ਅੰਦਰ ਗੁਰੂ ਦਾ ਪਿਆਰ ਦ੍ਰਿੜ ਕਰਨ ਦਾ ਹੀ ਇੱਕੋ ਇੱਕ ਮਕਸਦ। ਪਟ ਗਯੰਦ ਜੀ ਬਚਨ ਕਰਦੇ, ਸ੍ਰੀ ਗੁਰੂ ਸਾਹਿਬ ਸਭ ਉੱਪਰ ਕਰੀ ਕਿਰਪਾ, ਸਤਿਗੁਰੂ ਜਨ ਧਰੂ ਪਰ। ਸਤਿਗੁਰੂ ਦੇ ਰਾਹੀਂ ਹੀ ਧਰੂ ਦੇ ਉੱਤੇ ਕਿਰਪਾ ਹੋਈ। ਸਤਿਗੁਰੂ ਜੀ ਨੇ ਸਤਜੁਗ ਦੇ ਸਮੇਂ ਵਿੱਚ ਧਰੂ ਦੇ ਉੱਤੇ ਕਿਰਪਾ ਕੀਤੀ, ਉਹਨਾਂ ਨੂੰ ਗੁਰੂ ਉਪਦੇਸ਼ ਦ੍ਰਿੜ ਕਰਾਇਆ। ਧਰੂ ਜੀ ਦੇ ਕੌਣ ਸੀਗੇ? ਪ੍ਰਹਿਲਾਦ ਜੀ ਦੇ ਕੌਣ ਸਤਿਗੁਰੂ ਸੀ? ਉਸ ਵੇਲੇ ਕਿਸ ਰੂਪ ਦੇ ਵਿੱਚ ਸਤਿਗੁਰੂ ਨੇ ਉਹਨਾਂ ਨੂੰ ਅਗਵਾਈ ਬਖਸ਼ੀ, ਇਹ ਤੇ ਗੁਰੂ ਜਾਣੇ। ਪਰ ਪਾਤਸ਼ਾਹ ਬਚਨ ਕਰਦੇ, ਸ੍ਰੀ ਪ੍ਰਹਿਲਾਦ ਭਗਤ ਉਧਾਰੀਆਂ। ਪ੍ਰਹਿਲਾਦ ਜੀ ਨੂੰ ਵੀ ਭਗਤ ਬਣਾ ਕੇ ਇਸ ਤਰ੍ਹਾਂ ਉਧਾਰ ਕੀਤਾ ਉਹਨਾਂ ਦਾ। ਹਸਤ ਕਮਲ ਮਾਥੇ ਪਰ ਧਰੀਆਂ,
ਉਹਨਾਂ ਦੇ ਮੱਥੇ ਤੇ ਭਗਤ ਪ੍ਰਹਿਲਾਦ ਜੀ ਦੇ ਮਸਤਕ ਤੇ ਆਪਣਾ ਬਖਸ਼ਿਸ਼ ਭਰਿਆ ਹਸਤ ਕਮਲ ਆਪਣੇ ਕਮਲ ਰੂਪੀ ਹੱਥ ਰੱਖੇ ਤੇ ਭਗਤ ਜੀ ਦੀ ਰੱਖਿਆ ਕੀਤੀ ਤੇ ਉਹਨਾਂ ਦਾ ਉਦਾਰ ਕੀਤਾ। ਹਰਨਾਕਸ਼ ਦੀ ਕਰੋਪੀ ਤੋਂ ਬਚਾ ਕੇ ਆਪਣੇ ਨਾਲ ਜੋੜਿਆ। ਅਲਖ ਰੂਪ ਜੀ ਲਖਿਆ ਨਾ ਜਾਈ, ਸਾਧਕ ਸਿੱਧ ਸਗਲ ਸ਼ਰਨਾਈ। ਗੁਰ ਕੇ ਬਚਨ ਸਤ ਜੀ ਧਾਰੋ, ਮਾਨਸ ਜਨਮ ਦੇਹ ਨਿਸਤਾਰੋ। ਉਹ ਵਾਹਿਗੁਰੂ ਜਿਸ ਦਾ ਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਜਿਸ ਦੀ ਥਾਂ ਨਹੀਂ ਪਾਈ ਜਾ ਸਕਦੀ। ਇਹ ਜੀ ਲਖਿਆ ਨਾ ਜਾਈ, ਇਹ ਮਨੁੱਖ, ਇਹ ਜੀਵੜਾ ਉਸ ਵਾਹਿਗੁਰੂ ਜੀ ਦੀ ਮਹਿਮਾ ਦਾ ਪੂਰਨ ਤੌਰ ਤੇ ਵਰਣਨ ਨਹੀਂ ਕਰ ਸਕਦਾ, ਨਹੀਂ ਸਮਰੱਥਾ। ਉਸ ਅਲਖ ਰੂਪ ਵਾਹਿਗੁਰੂ ਜੀ ਦਾ ਰੂਪ ਨੇ ਸਤਿਗੁਰੂ ਜੀ ਗੁਰਦੇਵ ਪਾਰ ਬ੍ਰਹਮ ਦੇ ਨਿਜ ਰੂਪ ਨੇ, ਗੁਰ ਪਰਮੇਸ਼ਰ ਨੇ। ਇਸੇ ਕਰਕੇ ਸਾਰੇ ਸਿੱਧ ਸਾਧਕ ਸਿੱਧ ਸਗਲ ਸ਼ਰਨਾਈ, ਸਾਰੇ ਸਿੱਧ ਸਾਧਕ ਸਾਧਨਾ ਕਰਨ ਵਾਲੇ ਰਿਸ਼ੀ ਮੁਨੀ ਸਭ ਗੁਰੂ ਦੇ ਚਰਨੀ ਪੈਂਦੇ ਨੇ, ਉਹਨਾਂ ਦੀ ਸ਼ਰਨ ਵਿੱਚ ਆਉਂਦੇ ਨੇ ਕਿ ਉਹਨਾਂ ਕੋਲੋਂ ਉਹਨਾਂ ਦੀ ਅਗਵਾਈ ਵਿੱਚ ਵਾਹਿਗੁਰੂ ਜੀ ਨਾਲ ਮਿਲਣ ਦਾ ਭੇਦ ਸਮਝ ਆ ਜਾਏ। ਗੁਰ ਕੇ ਬਚਨ ਸਤ ਜੀ ਧਾਰੋ। ਇਸ ਕਰਕੇ ਪਟ ਗਇਆਨੰਦ ਜੀ ਕਹਿੰਦੇ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਕਿ ਗੁਰੂ ਦੇ ਬਚਨਾਂ ਨੂੰ ਸਤ ਕਰਕੇ, ਸੱਚ ਸੱਚ ਜਾਣ ਕੇ ਪੂਰਨ ਪਿਆਰ ਨਾਲ, ਪੂਰਨ ਭਰੋਸੇ ਨਾਲ ਆਪਣੇ ਹਿਰਦੇ ਵਿੱਚ ਧਾਰਨ ਕਰਿਆ ਕਰੋ। ਇਹਦੇ ਨਾਲ ਨਤੀਜਾ ਕੀ ਨਿਕਲੇਗਾ? ਮਾਨਸ ਜਨਮ ਦੇਹ ਵਿਸਤਾਰੋ, ਦੇਹ ਨਿਸਤਾਰੋ। ਵਾਹਿਗੁਰੂ ਮਾਨਸ ਜਨਮ ਦੇਹ ਨਿਸਤਾਰੋ। ਆਪਣੀ ਇਹ ਜਿਹੜੀ ਦੇਹ ਮਿਲੀ ਹੈ, ਮਾਨਸ ਜਨਮ ਵਿੱਚ ਜਿਹੜਾ ਇਹ ਸਰੀਰ ਮਿਲਿਆ ਹੈ, ਇਸ ਦੇ ਰਾਹੀਂ ਨਾਮ ਸਿਮਰਨ ਗੁਰੂ ਉਪਦੇਸ਼ ਦੀ ਅਗਵਾਈ ਵਿੱਚ ਦ੍ਰਿੜ ਕਰਕੇ ਆਪਣਾ ਪਾਰ ਉਤਾਰਾ ਕਰ ਲੋ ਭਾਈ। ਇਹੋ ਹੀ ਤਰੀਕਾ ਹੈ। ਗੁਰ ਜਹਾਜ਼ ਖੇਵਟ ਗੁਰੂ, ਗੁਰ ਬਿਨ ਤਰਿਆ ਨਾ ਕੋਏ। ਪਟ ਗਇਆਨੰਦ ਜੀ ਕਹਿੰਦੇ ਸਮਝੋ ਇਸ ਗੱਲ ਨੂੰ ਭਾਈ। ਗੁਰੂ ਦਰ ਤੇ ਆਉਣ ਵਾਲਿਓ ਭਰੋਸਾ ਕਰੋ ਇਸ ਗੱਲ ਤੇ। ਗੁਰ ਜਹਾਜ਼ ਖੇਵਟ ਗੁਰੂ, ਗੁਰੂ ਬੋਹਿਤ ਹੈ ਤੇ ਆਪ ਹੀ ਮਲਾਹ ਹੈ। ਖੇਵਟ ਦਾ ਮਤਲਬ ਮਲਾਹ, ਉਸ ਜਹਾਜ਼ ਨੂੰ ਚਲਾਉਣ ਵਾਲਾ। ਇਹ ਗੁਰ ਉਪਦੇਸ਼ ਉਸ ਜਹਾਜ਼ ਦੀ ਨਿਆਈ ਹੈ। ਇਹਦੇ ਵਿੱਚ ਬੈਠੋਗੇ, ਇਸ ਗੁਰ ਉਪਦੇਸ਼ ਨੂੰ ਦ੍ਰਿੜ ਕਰੋਗੇ। ਇਹ ਵਿਕਾਰਾਂ ਨਾਲ, ਚਿੱਕੜ ਨਾਲ ਭਰੇ ਹੋਏ ਸੰਸਾਰ ਦੇ ਵਿੱਚ, ਜਿੱਥੇ ਮਹਾਰਾਜ ਕਹਿੰਦੇ ਹਮ ਦੇਖਾ ਤਾਂ ਡੂਬੀ ਅਲੇ, ਜਿਹਦੇ ਵਿੱਚ ਇੱਕ ਕਦਮ ਨਹੀਂ ਚੱਲਿਆ ਜਾ ਸਕਦਾ। ਇਸ ਸੰਸਾਰ ਦੇ ਲੋਕ ਗੋਤੇ ਖਾ ਰਹੇ ਨੇ। ਇਸ ਜਹਾਜ਼ ਵਿੱਚ ਬੈਠੋ, ਗੁਰੂ ਉਪਦੇਸ਼ ਨਾਲ ਜੁੜੋ। ਯਾਦ ਰੱਖਿਓ ਗੁਰੂ ਬਿਨ ਤਰਿਆ ਨਾ ਕੋਏ। ਇਸ ਸੰਸਾਰ ਵਿੱਚ ਕੋਈ ਵੀ ਗੁਰੂ ਨਾਲ ਜੁੜਨ ਤੋਂ ਬਿਨਾਂ ਇਸ ਵਿਕਾਰਾਂ ਦੇ ਸਾਗਰ ਤੋਂ ਪਾਰ ਨਹੀਂ ਹੋ ਸਕਿਆ। ਗੁਰ ਪ੍ਰਸਾਦ ਪ੍ਰਭ ਪਾਈਐ, ਗੁਰ ਬਿਨ ਮੁਕਤ ਨਾ ਹੋਏ। ਗੁਰੂ ਦੇ ਪ੍ਰਸਾਦ ਨਾਲ, ਗੁਰੂ ਦੀ ਕਿਰਪਾ ਨਾਲ ਹੀ ਜੀਵਨ ਦਾਤੇ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ। ਗੁਰ ਬਿਨ ਮੁਕਤ ਨਾ ਹੋਏ। ਵਿਕਾਰਾਂ ਤੋਂ, ਵਿਕਾਰਾਂ ਦੇ ਪ੍ਰਭਾਵ ਤੋਂ ਤੇ ਵਿਕਾਰਾਂ ਦੇ ਪ੍ਰਭਾਵ ਅਧੀਨ ਕੀਤੇ ਹੋਏ ਮੰਦ ਕਰਮਾਂ ਤੋਂ ਤੇ ਉਹਨਾਂ ਮੰਦ ਕਰਮਾਂ ਦੇ ਮਾੜੇ ਨਤੀਜਿਆਂ ਤੋਂ ਨਹੀਂ ਛੁਟਕਾਰਾ ਮਿਲਦਾ, ਨਹੀਂ ਬੇਗਮਪੁਰੇ ਦਾ ਵਾਸੀ ਬਣਿਆ ਜਾ ਸਕਦਾ ਗੁਰੂ ਦੇ ਨਾਲ ਜੁੜਨ ਤੋਂ ਬਿਨਾਂ। ਹੁਣ ਬਿਆਨ ਕਰਦੇ ਨੇ ਇਤਿਹਾਸ ਗੁਰੂ ਸਾਹਿਬਾਨ ਦਾ, ਜਿਹੜਾ ਪਹਿਲਾਂ ਬਚਨ ਹੋਇਆ ਬਾਣੀ 'ਚ, ਜੋਤ ਓਹਾ ਜੁਗਤ ਸਾਏ ਸਹਿਕਾਇਆ ਫੇਰ ਪਲਟਿਆ। ਰੋਜ਼ ਜੋਤ ਰੱਬੀ ਗੁਰੂ ਨਾਨਕ ਸਾਹਿਬ 'ਚ ਪ੍ਰਗਟ ਹੋਈ। ਗੁਰੂ ਨਾਨਕ ਸਾਹਿਬ ਤੋਂ ਅੱਗੋਂ ਭਾਈ ਲਹਿਣਾ ਜੀ ਜਦੋਂ ਗੁਰੂ ਦਰ ਤੇ ਆਏ, ਸਮਰਪਿਤ ਹੋਏ, ਤਾਂ ਗੁਰੂ ਅੰਗਦ ਸਾਹਿਬ ਬਣਾ ਕੇ ਉਹਨਾਂ ਨੂੰ ਸਾਜ ਨਿਵਾਜ ਕੇ ਉਹ ਰੱਬੀ ਜੋਤ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਜੀ ਦੇ ਅੰਦਰ ਟਿਕਾਈ। ਗੁਰੂ ਅੰਗਦ ਦੇਵ ਮਹਾਰਾਜ ਨੇ ਫਿਰ ਪਰਉਪਕਾਰੀ ਬਿਰਤੀ ਦੇ ਅਧੀਨ ਸੇਵਾ ਨਿਭਾਈ। ਆਪਣੇ ਦਰ ਤੇ ਆਉਣ ਵਾਲਿਆਂ ਨੂੰ, ਗੁਰੂ ਦਰਬਾਰ ਵਿੱਚ ਆਉਣ ਵਾਲਿਆਂ ਨੂੰ ਗੁਰੂ ਉਪਦੇਸ਼ ਦ੍ਰਿੜ ਕਰਵਾ ਕੇ ਵਾਹਿਗੁਰੂ ਨਾਲ ਜੋੜਨ ਦੀ, ਤੇ ਉਹਨਾਂ ਦੇ ਰਾਹੀਂ ਹੀ ਬਾਬਾ ਅਮਰਦਾਸ ਜੀ ਆਏ। ਉਹਨਾਂ ਦੇ ਅੰਦਰ ਵੀ ਇਹ ਰੱਬੀ ਜੋਤ ਜਦੋਂ ਉਹ ਗੁਰੂ ਨੂੰ ਸਮਰਪਿਤ ਹੋਏ, ਉਹਨਾਂ ਦੇ ਵਿੱਚ ਪ੍ਰਕਾਸ਼ੀ ਗਈ। ਇਹੀ ਰੱਬੀ ਜੋਤ ਗੁਰੂ ਰਾਮਦਾਸ ਸਾਹਿਬ ਜੀ ਦੇ ਅੰਦਰ ਫਿਰ ਪ੍ਰਕਾਸ਼ੀ ਗਈ ਤੇ ਗੁਰੂ ਰਾਮਦਾਸ ਸਾਹਿਬ ਭਾਈ ਜੇਠਾ ਜੀ ਤੋਂ ਪੂਜਨ ਯੋਗ ਹੋ ਗਏ। ਗੁਰੂ ਰਾਮਦਾਸ ਸਾਹਿਬ ਬਣ ਕੇ ਪਟ ਗਇਆਨੰਦ ਜੀ ਉਹਦਾ ਇਤਿਹਾਸਕ ਵਰਣਨ ਕਰਦੇ, ਗੁਰੂ ਨਾਨਕ ਨਿਕਟ ਬਸੈ ਬਨਵਾਰੀ।
कहते गुरु नानक पातशाह बनवारी भाव वाहिगुरु जी के निकट बसते ने हमेशा। वाहिगुरु जी उन्होंने अंग संग ने, उन्होंने अंदर रब्बी जोत प्रकाशी हुई है गुरु नानक साहब दे। ते यही गुरु नानक पातशाह जदों लहणा जी उन्होंने दर ते आए तो गुरु नानक साहब ने की कौतक वरताया। तिन लहणा थाप जोत जग धारी। उन्होंने भाई लहणा जी नूं सिख सेवक जानदियां, अधिकारी जानदियां इस रब्बी जोत का, उन्होंने वो जोत उन्होंने दे अंदर टिकाती, उन्होंने कृपा करती। वो गुरु प्रसाद के पात्र बन गए। जदों गुरु के हुक्मी बंदे बने, गुरु के सेवक बने। तिन लहणा थाप जोत जग धारी। इस जगत दे विच भाई लहणा जी के रूप में विचरदे आ गुरु नानक साहब ने अपने दर ते आउण तो बाद सिख सेवक वाली घाल कमाई करदे आ। जदों उन्होंने पात्र जाने तो उन्होंने अंदर ये जोत टिका दी। लहणा पंथ धर्म का किया। फिर भाई लहणा जी ने धन गुरु अंगद देव पातशाह बन के ये जिहड़ा गुरु नानक साहब वालों नानक निर्मल पंथ चलाया सी धर्म का, वाहिगुरु जी के नाम सिमरन का जिहड़ा मार्ग दृढ़ कराया सी, ये अगों फिर दृढ़ कराउणा शुरू किया। लहणा पंथ धर्म का किया, अमरदास पल्ले को दिया। फिर गुरु दरबार दे विच जदों सत्संगी रूप दे विच दूजियां गुरसिखां नूं देखदियां बाबा अमरदास जी भी आए। तो फिर बाबा अमरदास जी उन्हां सत्संगियां दे विचों इन्ने गुरु अंगद देव महाराज दे नेड़े हो गए। इन्ना गुरु अंगद देव महाराज नूं उन्होंने हुक्मी बंदा बन के सच्ची मुच्ची दा सिख सेवक बन के रिझा लिया, प्रसन्न कर लिया कि गुरु अंगद देव महाराज ने बाबा अमरदास जी नूं अधिकारी जानिया। ते फिर उन्हां दे अंदर वो जोत बख्शिश कर दी। अमरदास पल्ले को दिया, तिन श्री रामदास सोडी थिर थप्यो। फिर गुरु अमरदास साहब महाराज ने इसी तरह सत्संग का प्रवाह चलाया गोविंदवाल विच। उत्थे ही भाई जेठा जी आए। वो कुंगड़ियां वेचण की किरत करते करते गुरु दरबार विच आके कीरत करनी सीख गए। गुरु उपदेश के राही कीरत करनी सीख गए, भगती करनी सीख गए, सिफत सलाह करनी सीख गए। नाम सिमरन का पहरा सुरती हिरदे ते भाई जेठा जी दे जदों निरंतर दृढ़ हो गया तां अपना हुक्मी बंदा जान के गुरु नानक पातशाह के दरबार विचों बख्शिश का दर खुलिया। तां तन भाई जेठा जी धन श्री गुरु रामदास साहब बन के थापे गए गुरु नानक पातशाह की कुरता गद्दी ते। उन्हां अंदर वो रब्बी जोत प्रकाशमान हो गई। हर का नाम अखै निध अपियो। हरि नाम का निध खजाना अखै, खै तो अखै बनया। खै मतलब क्षय संस्कृत का लफ्ज है, नाश हो जाने वाला। अखै जेड़ा कदी ना नाश होवे, वो खजाना नाम सिमरन का गुरु रामदास साहब महाराज नूं अपियो, अपियो भाव अर्पित कर दिता, बख्शिश कर दिता। अपियो हर नाम अखै निध, चौं जुग गुर सेवा कर फल लईयं। चारे जुगां दे विच पट गयांद जी कहंदे पहले इहो ही नियम चलदा है। जेड़ा भी गुरु दरबार ते आके गुरु उपदेश दा हुक्मी बंदा बनेगा, सिख सेवक बनेगा, इसे तरीके नाल नाम सिमरन दा ये ना नाश होने वाला खजाना ओदी झोली भी पएगा। चौं जुगां दे विच इहो ही नियम काम करदा है। कोई समा होवे, कोई स्थान होवे, कोई सेवक बन के देख लेवे। यही गल गुरु अर्जन देव महाराज की रोज पढ़ते हैं ना जी, मुंदावनी दे। जे को खावे जे को पुंचै तिसका होए उदार। थाल विच तिन वस्तु पईओ, सत संतोख विचारो, अमृत नाम ठाकुर का पयो, जिसका सबस आधार हो। गुरु उपदेश राही इस नूं कोई भी पुंच के देख लवे, कोई भी छक के देख लवे, उदा उधार निश्चित है। पर निजमावली ओही है गुरु उपदेश ते राही। अप्यो हर नाम अखै निध, चौं जुग गुर सेवा कर फल लईयं। जिसने भी ये नाम सिमरन दा बख्शिश भरिया फल अपने जीवन दे विच लैना है, प्राप्त करना है, भाई वो गुरु दे लड़ लगे, गुरु दे उपदेश नूं दृढ़ करे, ओदे उत्ते ए दात दा मींह वरदा है।
ਬੰਦੈ ਜੋ ਚਰਨ ਸ਼ਰਨ ਸੁਖ ਪਾਵੈ ਪਰਮਾਨੰਦ ਗੁਰਮੁਖ ਕਈਆਂ। ਕਹਿੰਦੇ ਜਿਹੜੇ ਵੀ ਗੁਰੂ ਦੇ ਚਰਨਾਂ ਤੇ ਆ ਕੇ ਬੰਦਨਾ ਕਰਨਗੇ, ਨਮਸਕਾਰ ਕਰਨਗੇ, ਜਿਹੜੇ ਵੀ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਣਗੇ, ਗੁਰੂ ਕਿਰਪਾ ਕਰਕੇ ਪ੍ਰਸੰਨ ਹੋ ਕੇ ਉਹਨਾਂ ਨੂੰ ਨਾਮ ਸਿਮਰਨ ਰਾਹੀਂ ਪਰਮ ਆਨੰਦ ਦੀ ਦਾਤ, ਪਰਮ ਆਨੰਦ ਦੇ ਸੋਮੇ ਨਾਲ ਜੋੜ ਕੇ ਦੇਣਗੇ। ਤੇ ਜਿਹੜੇ ਏਦਾਂ ਗੁਰੂ ਉਪਦੇਸ਼ ਦੇ ਧਾਰਨੀ ਬਣਨਗੇ, ਕਹਿੰਦੇ ਗੁਰਮੁਖ ਕਹੀਆਂ, ਉਹਨਾਂ ਨੂੰ ਹੀ ਗੁਰਮੁਖ ਆਖਿਆ ਜਾ ਸਕਦਾ। ਉਹ ਹੀ ਗੁਰਮੁਖ ਕਹਾਉਣ ਦੇ ਹੱਕਦਾਰ ਨੇ। ਪ੍ਰਤੱਖ ਦੇਹ ਪਾਰ ਬ੍ਰਹਮ ਸੁਆਮੀ ਆਦ ਰੂਪ ਪੋਖਣ ਭਰਨ। ਕਹਿੰਦੇ ਗੁਰੂ ਰਾਮਦਾਸ ਸਾਹਿਬ ਨੇ, ਭਾਈ ਅਸੀਂ ਤੇ ਇਹੀ ਜਾਣਿਆ ਕਿ ਇਦਾਂ ਹੀ ਸੇਵਕ ਬਣ ਕੇ, ਗੁਰਮੁਖ ਬਣ ਕੇ ਗੁਰੂ ਦੇ ਦਰਬਾਰ ਚੋਂ ਇਹ ਨਾਮ ਸਿਮਰਨ ਦੀ ਦਾਤ ਪ੍ਰਾਪਤ ਕੀਤੀ। ਤੇ ਨਾਮ ਸਿਮਰਨ ਕਰਦਿਆਂ ਕਰਦਿਆਂ ਉਸ ਨਾਮੀ ਕਰਤਾ ਪੁਰਖ ਵਾਹਿਗੁਰੂ ਪਰਮ ਆਨੰਦ ਦੇ ਸੋਮੇ ਵਾਹਿਗੁਰੂ ਜੀ ਨਾਲ ਲਿਵਲੀਨ ਹੋਣ ਦਾ ਇਹ ਕੌਤਕ ਆਪਣੇ ਜੀਵਨ ਵਿੱਚ ਬਖਸ਼ਿਸ਼ ਭਰਿਆ ਕਰ ਲਿਆ। ਹੁਣ ਉਹਨਾਂ ਦੀ ਦੇਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਦਾ ਸਰੀਰ, ਉਸ ਸਰੀਰ ਦੇ ਅੰਦਰ ਉਹ ਰੱਬੀ ਜੋਤ ਪ੍ਰਕਾਸ਼ ਹੋ ਗਈ। ਉਹ ਪਾਰ ਬ੍ਰਹਮ ਸੁਆਮੀ ਦਾ ਰੂਪ ਹੋ ਗਏ ਨੇ। ਪ੍ਰਤੱਖ ਦੇ ਪਾਰ ਬ੍ਰਹਮ ਸੁਆਮੀ ਸਰੀਰਕ ਰੂਪ ਦੇ ਵਿੱਚ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜਦੋਂ ਵਿਚਰ ਰਹੇ ਨੇ, ਤਾਂ ਉਹਨਾਂ ਦੇ ਅੰਦਰ ਭਾਈ ਸੱਚ ਕਰਕੇ ਜਾਣਿਓ ਵਾਹਿਗੁਰੂ ਜੀ ਦੀ ਰੱਬੀ ਜੋਤ ਦਾ ਪ੍ਰਕਾਸ਼ ਹੋ ਗਿਆ ਹੋਇਆ ਹੈ। ਆਦ ਰੂਪ ਪੋਖਣ ਭਰਨ, ਉਹ ਜਿਹੜਾ ਆਦ ਤੋਂ ਹੋਂਦ ਵਾਲਾ ਸਾਰੇ ਸੰਸਾਰ ਦਾ ਰਚਨਹਾਰਾ ਤੇ ਪੋਖਣ ਭਰਨ ਭਾਵ ਸਾਰਿਆਂ ਦੀ ਪ੍ਰਤਪਾਲਣਾ ਕਰਨ ਵਾਲਾ ਉਹ ਵਾਹਿਗੁਰੂ ਜੀ ਪ੍ਰਤਪਾਲਕ ਹੈ। ਇਹ ਉਸ ਵਾਹਿਗੁਰੂ ਜੀ ਦਾ ਰੂਪ ਹੋ ਗਏ ਨੇ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ। ਸਤਿਗੁਰ ਗੁਰ ਸੇਵ ਅਲਖ ਗਤ ਜਾ ਕੀ ਸ੍ਰੀ ਰਾਮਦਾਸ ਤਾਰਨ ਤਰਣ। ਭੱਟ ਗਯੰਤ ਜੀ ਕਹਿੰਦੇ ਉਹ ਗੁਰੂ ਰਾਮਦਾਸ ਜਿਨ੍ਹਾਂ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਦੇ ਰਾਹੀਂ, ਗੁਰੂ ਅੰਗਦ ਦੇਵ ਮਹਾਰਾਜ ਰਾਹੀਂ ਤੇ ਗੁਰੂ ਅਮਰਦਾਸ ਸਾਹਿਬ ਰਾਹੀਂ ਜਿਹੜੀ ਰੱਬੀ ਜੋਤ ਪ੍ਰਕਾਸ਼ੀ ਗਈ, ਉਹ ਹੁਣ ਆਪ ਉਸ ਰੱਬੀ ਜੋਤ ਕਰਕੇ ਤਰਨ ਬਣ ਗਏ ਨੇ, ਜਹਾਜ਼ ਬਣ ਗਏ ਨੇ। ਦੂਜਿਆਂ ਦੇ ਅਗਿਆਨ ਦੇ ਬੁਝੇ ਹੋਏ ਦੀਵੇ ਨੂੰ ਜਗਾਉਣ ਦੇ ਸਮਰੱਥ ਹੋ ਗਏ ਨੇ। ਉਹਨਾਂ ਉਸ ਮਹਾਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੀ ਸੇਵਾ ਕਰਿਆ ਕਰ, ਉਹਨਾਂ ਨਾਲ ਜੁੜੋ ਜਿਨ੍ਹਾਂ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ। ਅਲਖ ਗਤ ਜਾ ਕੇ ਸ੍ਰੀ ਰਾਮਦਾਸ ਤਾਰਨ ਤਰਨ। ਮੈਂ ਇੱਥੇ ਇੱਕ ਹੋਰ ਬੇਨਤੀ ਆਪ ਜੀ ਨੂੰ ਕਰਦੀ ਹਾਂ, ਇਹ ਗੱਲ ਹਮੇਸ਼ਾ ਆਪਾਂ ਧਿਆਨ 'ਚ ਰੱਖੀਏ ਕਿ ਜਦੋਂ ਕਿਸੇ ਗੁਰੂ ਸਾਹਿਬ ਦਾ ਨਾਮ ਲੈ ਕੇ ਗੁਰੂ ਮਹਿਮਾ ਦੀ ਚਰਚਾ ਹੋ ਰਹੀ ਹੈ ਬਾਣੀ ਵਿੱਚ, ਤਾਂ ਖਿਆਲ ਕਰ ਲਈਏ ਕਿ ਉਹ ਮਹਿਮਾ ਕੇਵਲ ਉਸ ਗੁਰੂ ਸਾਹਿਬ ਦਾ ਨਾਮ ਹੀ ਵਰਤਿਆ ਗਿਆ ਹੈ। ਜੇ ਅੱਜ ਗੁਰੂ ਰਾਮਦਾਸ ਸਾਹਿਬ ਜੀ ਦੀ ਗੱਲ ਭੱਟ ਬੇਅੰਤ ਜੀ ਕਰ ਰਹੇ ਹੈ, ਤੇ ਇਹਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਦੀ ਵੀ ਮਹਿਮਾ ਹੈ, ਗੁਰੂ ਅੰਗਦ ਦੇਵ ਜੀ ਦੀ ਵੀ ਮਹਿਮਾ ਹੈ, ਗੁਰੂ ਨਾਨਕ ਸਾਹਿਬ ਦੀ ਵੀ ਮਹਿਮਾ, ਤੇ ਬਾਕੀ ਜਿਹੜੇ ਬਾਅਦ ਵਿੱਚ ਗੁਰੂ ਸਾਹਿਬਾਨ ਹੋਏ ਉਹ ਵੀ ਇਸ ਮਹਿਮਾ ਦੇ ਹੀ ਨਾਲ ਜੁੜੇ ਹੋਏ ਨੇ, ਉਹਨਾਂ ਦੀ ਵੀ ਇਹ ਮਹਿਮਾ ਹੈ। ਕਿਉਂਕਿ ਜੋਤ ਉਹ ਜੁਗਤ ਸਾਏ ਸਹਕਾਇਆ ਫੇਰ ਪਲਟੀਆ, ਸਿਰਫ ਸਰੀਰ ਹੀ ਬਦਲੇ ਨੇ। ਗੁਰੂ ਮਹਿਮਾ ਵਾਲਾ ਉਹ ਰੱਬੀ ਜੋਤ ਦਾ ਪ੍ਰਕਾਸ਼ ਸਾਰੇ ਗੁਰੂ ਸਾਹਿਬਾਨ। ਇਸ ਕਰਕੇ ਜਦੋਂ ਵੀ ਭੱਟ ਸਾਹਿਬਾਨ ਕਿਸੇ ਗੁਰੂ ਸਾਹਿਬ ਦਾ ਨਾਮ ਲੈ ਕੇ ਗੁਰੂ ਮਹਿਮਾ ਦਾ ਵਰਣਨ ਕਰ ਰਹੇ ਨੇ, ਤਾਂ ਇਹ ਗੱਲ ਨੂੰ ਖਿਆਲ 'ਚ ਰੱਖ ਲੈਣਾ ਕਿ ਕੇਵਲ ਉਸ ਗੁਰੂ ਸਾਹਿਬ ਦੀ ਹੀ ਇਹ ਮਹਿਮਾ ਨਹੀਂ ਹੈ, ਸਮੁੱਚੇ ਗੁਰੂ ਸਾਹਿਬਾਨ ਦੀ ਇਹ ਮਹਿਮਾ ਹੈ। ਸਤਿਗੁਰ ਗੁਰ ਸੇਵ ਅਲਖ ਗਤ ਜਾ ਕੀ ਸ੍ਰੀ ਰਾਮਦਾਸ ਤਾਰਨ ਤਰਣ। ਅਗਲੇ ਸੋਈਏ 'ਚ ਬਚਨ ਕਰਦੇ, ਜੇ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪੈ ਕਰ ਵਿਚਿਤ ਚਾਓ, ਆਨੰਦ ਨਿਤ ਮੰਗਲ ਗੁਰ ਦਰਸ਼ਨ ਸਫਲ ਸੰਸਾਰ। ਕਹਿੰਦੇ ਜਿਹੜੇ ਸੰਤ ਜਨ ਜਿਸ ਗੁਰੂ ਸਾਹਿਬ ਦੀ ਬਾਣੀ ਦੇ ਰਾਹੀਂ ਉਸ ਵਾਹਿਗੁਰੂ ਜੀ ਦਾ ਅਮਰ ਕਰ ਦੇਣ ਵਾਲਾ ਅੰਮ੍ਰਿਤ ਨਾਮ ਗੁਰੂ ਦੇ ਬਚਨਾਂ ਰਾਹੀਂ, ਗੁਰੂ ਦੀ ਬਾਣੀ ਰਾਹੀਂ ਜਪਦੇ ਨੇ, ਦ੍ਰਿੜ ਕਰਦੇ ਨੇ, ਕਰ ਵਿਚਿਤ ਚਾਓ, ਵਿਸ਼ੇਸ਼ ਚਾਓ ਨਾਲ, ਨਾ ਬਿਆਨੇ ਜਾ ਸਕਣ ਵਾਲੇ ਉਮਾ ਉਤਸ਼ਾਹ ਨਾਲ ਜਿਹੜੇ ਵੀ ਸਾਧੂ ਜਨ, ਸੰਤ ਜਨ, ਗੁਰਮੁਖ ਪਿਆਰੇ ਗੁਰੂ ਦੇ ਸੇਵਕ ਸਿੱਖ ਬਣ ਕੇ ਗੁਰੂ ਦੇ ਉਪਦੇਸ਼ ਰਾਹੀਂ, ਗੁਰੂ ਦੇ ਬਚਨਾਂ ਰਾਹੀਂ, ਬਾਣੀ ਰਾਹੀਂ ਉਸ ਨਾਮ ਸਿਮਰਨ ਦਾ ਆਰਾਧਨ ਕਰਦੇ ਨੇ, ਉਹਨਾਂ ਦੇ ਜੀਵਨ ਵਿੱਚ ਆਨੰਦ ਨਿਤ ਮੰਗਲ
गुर दर्शन सफल संसार। गुरु दे दर्शन करदियां होया मंगल बनिया रहिंदा है, आनंद बनिया रहिंदा है और नित दा आनंद बनिया रहिंदा है। ते इहो ਜਿਹੇ ही वडभागी पुरुष जिहड़े ने इस संसार दे विच जीवन जिउंदियां अपना जीवन सफल करन दे अधिकारी बन जाते ने, समर्थ हो जाते। संसार सफल गंगा गुर दर्शन परसन परम पवित्र गते। हुण गंगा की मिसाल दी है कि जिवें संसार दे लोग हिंदू विश्वास विच जीउण वाले गंगा दे दर्शनां नूं, गंगा की तीर्थ यात्रा नूं अपने लिए मुक्ति का साधन मानते ने। पट गयंद जी कहते मेरे वास्ते ते मेरे गुरु का दर्शन, मेरे गुरु के दर का दर्शन, इत्थे यात्रा, इत्थे आउणा, इत्थे गुरु नाल जुड़ना मेरे वास्ते ते गंगा का दर्शन इहो ही है। संसार सफल गंगा गुरु दर्शन। इस संसार विच जीवन जिउंदियां दूजियां वास्ते गंगा फलदायक होएगी, पर मेरे लिए ते फलदायक मेरे सतगुरु ने। गुरु का दर्शन ही मेरे लिए सफल गंगा दर्शन है। परसम परम पवित्र गते। जेड़े गुरु दे चरण परस के, जेड़े गुरु का दर्शन करके परम पवित्र गति दी विकारां तो छुटकारे की दात अवस्था प्राप्त होंदी है। जीत है जम लोग पतित जे प्राणी हर जन शिव गुर ज्ञान रते। कहते जिन्ने मर्जी कोई पतित हो, जिन्ने मर्जी मैलियां बिरतियां वाले हो, जिन्ना भी जीवन दे विच मर्जी लापरवाही वाला वातावरण बनया होवे, पर जेड़े प्राणी गुरु दे चरनां नाल जुड़ जांदे ने, हर जन शिव गुरु ज्ञान गते। गुरु दे ज्ञान नाल जुड़ जांदे ने। शिव तो भाव कल्याणकारी, कल्याण कर देण वाले, बंधना तो पापां दीयां जंजीरां तो छुटकारा दवा देण वाले गुर ज्ञान नाल जुड़ जांदे ने। उन्हां नूं भावें जिन्ने मर्जी पतित होण, उन्हां नूं गति मुक्ति प्राप्त हो जाती है, छुटकारा मिल जाता है, आनंद मिल जाता है। ते जीते हैं जम लोक, वो जम लोक नूं जित लैंदे ने। भाव मौत ते मौत दा फरिश्ता देवता जम लोक उन्हां दा लेखा जुखा नहीं कर सकता, वो ते जित प्राप्त कर लेंदे। रघुवंश तिलक सुंदर दशरथ घर मुन पंचा है जाकी शरणं। हुण फिर हवाला दिंदे, कहंदे जेड़े हिंदू विश्वास वाले सज्जन रामचंद्र जेड़े दशरथ के घर दे विच जन्म लैके महापुरख कहाए, भगवान रूप कहाए, दुनिया उन्होंने मनती है भगवान रूप दे विच। मेरे लिए तां रामचंद्र गुरु रामदास साहब ने, मेरे लिए ते मेरे सतगुरु ही रामचंद्र ने। मेरा गुरु ही भगवान है मेरे लिए, मेरा गुरु ही मुक्ति दाता है। रघुवंश तिलक सुंदर दशरथ घर, जेड़े दशरथ के घर विच श्रेष्ठ तिलक तो भाव श्रेष्ठ रामचंद्र कहे जाने वाले प्रगट हुए। मुन पंछा जाकी शरणं। मेरे लिए ते गुरु रामदास साहब ही वो रामचंद्र ने। मैनू किसी होर रामचंद्र दे दर ते उत्थे जाके मंगण दी लोड़ नहीं, मैं गुरु दे दर ते ही मंगदा। वो गुरु जिसदी शरण मुनि जन भी बांचते ने। सतगुरु गुर सेव अलख गत जाकी श्री रामदास तारण तरण। मेरे लिए धन श्री गुरु रामदास साहब तरण ने, जहाज ने इस संसार दे विकारां दे भव सागर तो पार उतारन लई, बेगमपुरे विच लेके जाण लई, आनंद दे वाजे अंदर वजन एदे लई बिनवंत नानक गुर चरण लागे वाजे अनहद तूरे। ये बख्शिश प्राप्त करन लई मैनू ते इक्को ही भरोसा है, मेरा ते इक्को ही दृढ़ निश्चय है कि गुरु रामदास साहब का रब्बी जोत नाल जोड़न वाला दरबार जिहड़ा है इहो ही समर्थ है। जदों ये उपदेश साडी झोली पाउंदे ने पट गए अंदर जी, तां मकसद इहो ही है कि असीं सिख कहाउण वाले, सेवक कहाउण वाले बाकी सारे कर्म कांड छड्ड के, बाकी सारे परम भुलेखे छड्ड के इधर उधर भटकण दी बजाए गुरु दर ते आके गुरु दा हुक्म ही बंदा बनन दी अपने अंदर अवस्था बनाइए भाई। भरोसा दृढ़ करिए, ना भटकीए इधर उधर, गुरु दे बंदे बनन दी जाच सीख लीए।
ਬੰਦਿਆਂ ਦੇ ਬੰਦੇ ਬਣਨ ਦੀ ਨਹੀਂ। ਪਟ ਗਇੰਦ ਜੀ ਸਾਡੇ ਤੇ ਗੁਰੂ ਦਰ ਤੇ ਆਉਣ ਵਾਲਿਆਂ ਤੇ ਇਹ ਗਿਆਨਮਈ ਬਖਸ਼ਿਸ਼ ਕਰਦੇ ਨੇ। ਆਪਣੇ ਗੁਰੂ ਦਰ ਤੋਂ ਬਖਸ਼ਿਸ਼ ਹੋਏ ਇਹਨਾਂ ਗਿਆਨਮਈ ਬਚਨਾਂ ਨੂੰ ਸਾਡੀ ਝੋਲੀ ਪਾਉਂਦੇ ਆ, ਸਾਡੇ ਉੱਤੇ ਇਹ ਉਪਕਾਰ ਕਰਦੇ। ਗੁਰੂ ਕਿਰਪਾ ਕਰੇ ਸਾਨੂੰ ਗੁਰੂ ਦਰ ਤੇ ਆਇਆਂ ਨੂੰ ਇਦਾਂ ਗੁਰੂ ਮਹਿਮਾ ਦੇ ਨਾਲ ਜੁੜ ਕੇ ਗੁਰਬਾਣੀ ਰਾਹੀਂ ਆਪਣਾ ਲੋਕ ਸੁਖੀਆ ਤੇ ਪਰਲੋਕ ਸੁਹੇਲਾ ਕਰਨ ਦੀ ਜਾਚ ਆ ਸਕੇ। ਇਹਨੇ ਸ਼ਬਦ ਪ੍ਰਵਾਨ ਕਰਨੇ। ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।